ਨੈਕਸਟ ਬੇਟਾ ਜਿਹੜਾ ਆਪਣੇ ਕੋਲ ਟੌਪਿਕ ਸੀਗਾ ਉਹ ਸੀਗਾ ਐਪਲੀਕੇਸ਼ਨ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਠੀਕ ਹੈ, ਉਹਦੀਆਂ ਐਪਲੀਕੇਸ਼ਨਸ ਦੇ ਵਿੱਚ ਆਪਣੇ ਕੋਲ ਇੱਕ ਮੇਨ ਕਨਸੈਪਟ ਰਹਿਣਾ, ਔਰ ਉਹ ਮੇਨ ਕਨਸੈਪਟ ਇਹ ਸੀਗਾ ਕਿ ਵੀ ਆਪਾਂ ਜਿਹੜੀ ਉਹਦੀ ਸਟੇਟਮੈਂਟ ਚ ਵਰਡ ਇਹ ਲਿੱਤੇ ਕਿ ਇਫ ਨੋ ਐਕਸਟਰਨਲ ਫੋਰਸ ਵਿਲ ਐਕਟ ਔਨ ਅ ਸਿਸਟਮ। ਸਿਸਟਮ ਦਾ ਮਤਲਬ ਇਹ ਦੱਸਿਆ ਸੀਗਾ ਕਿ ਵੀ ਜਿਹਦੇ ਅੰਦਰ ਸਿਰਫ ਇੱਕ ਬੋਡੀ ਨਹੀਂ ਹੋਏਗੀ, ਠੀਕ ਹੈ, ਆਲਵੇਜ਼ ਵੀ ਹੈਵ ਮੋਰ ਦੈਨ ਵਨ ਬੋਡੀ, ਯਾਨੀ ਮਿਨੀਮਮ ਉਹ ਚ ਦੋ ਬੋਡੀਜ਼ ਇਨਵੋਲਡ ਆ। ਠੀਕ ਹੈ, ਤੇ ਉਹ ਜਿਹੜੇ ਦੋ ਪਾਰਟੀਕਲ ਸਿਸਟਮ ਚ ਇਨਵੋਲਡ ਆ, ਉਹ ਕਹਿੰਦਾ ਜੀ ਉਸ ਸਿਸਟਮ ਦਾ ਜਿੰਨਾ ਟੋਟਲ ਮੋਮੈਂਟਮ ਬਿਫੋਰ ਐਨੀ ਇਵੈਂਟ ਹੋਏਗਾ, ਇਵੈਂਟ ਦੇ ਵਿੱਚ ਕੁਝ ਵੀ ਆਏਗਾ, ਦੋ ਬੋਡੀ ਕੋਲਾਈਡ ਕਰ ਜਾਣ, ਕੋਈ ਮੰਨ ਲਓ ਤੁਹਾਡੇ ਕੋਲ ਫਾਇਰ ਕਰੈਕਰ ਐਕਸਪਲੋਡ ਕਰ ਜਾਏ, ਠੀਕ ਹੈ, ਦੋ ਪਾਰਟੀਕਲ ਦੀ ਮੰਨ ਲਓ ਮੇਰੇ ਕੋਲ ਜਿਹੜੀ ਐਸਐਚ ਕੋਲੀਜ਼ਨ ਹੋ ਜਾਏ, ਠੀਕ ਹੈ, ਬੁਲੇਟ ਨੂੰ ਫਾਇਰ ਕਰਨਾ ਹੋਵੇ, ਇਦਾਂ ਦੀ ਕੋਈ ਵੀ ਐਸਐਚ ਇਵੈਂਟ ਹੋਏਗੀ, ਉਸ ਇਵੈਂਟ ਤੋਂ ਪਹਿਲੋਂ ਤੇ ਉਸ ਇਵੈਂਟ ਤੋਂ ਬਾਅਦ ਤੁਹਾਡੇ ਸਿਸਟਮ ਦਾ ਜਿੰਨਾ ਟੋਟਲ ਮੋਮੈਂਟਮ ਆ ਉਹ ਹਮੇਸ਼ਾ ਆਪਸ ਚ ਇਕੁਅਲ ਹੁੰਦਾ, ਯਾਨੀ ਟੋਟਲ ਮੋਮੈਂਟਮ ਬਿਫੋਰ ਫਾਇਰਿੰਗ ਐਂਡ ਟੋਟਲ ਮੋਮੈਂਟਮ ਆਫਟਰ ਫਾਇਰਿੰਗ। ਟੋਟਲ ਮੋਮੈਂਟਮ ਕਹਿੰਦਾ ਜੀ ਬਿਫੋਰ collision and total momentum after collision, total momentum before exploding the firecracker, total momentum after exploding। कहना हमेशा इस सिस्टम दे अंदर इक्वल है। क्या इन्नी गल समझ लगदी भी? Yes, sir. Yes, sir. इस एक लाइन दे बेस दे उत्ते उन्हें तुहानू फर्स्ट जेडी एप्लीकेशन दित्ती हुई आ जिन्हों असीं नाम दिंदे आ रिकॉइलिंग ऑफ गन। Recoiling of gun simply उन्हें ये कहा कि भी when you fire a bullet, gun always to be recoil in the backward direction। ठीक है, कहना what's the reason? ਅਸੀਂ ਕਹਿੰਦੇ ਕਿ ਜਦੋਂ ਬੁਲਟ ਫਾਇਰ ਕਰਨੀ ਆ ਤੇ ਬੁਲਟ ਤੇ ਫਾਰਵਰਡ ਗਈ ਹਨਾ, ਅਸੀਂ ਕਹਿੰਦੇ ਜੀ ਗਨ ਜਿਹੜੀ ਹੋਏਗੀ that always to be held tightly with your shoulder। ਸਾਨੂੰ ਗਨ ਨੂੰ ਹਮੇਸ਼ਾ ਕੀ ਆ ਕਿ ਵੀ ਆਪਣੇ ਸ਼ੋਲਡਰ ਨਾਲ ਟਾਈਟ ਹੈਲਡ ਕਰਨਾ ਪੈਂਦਾ। ਕਹਿੰਦਾ ਜੀ ਉਹਦਾ ਕੀ ਰੀਜ਼ਨ ਆ, ਤਾਂ ਅਸੀਂ ਉਸ ਮੂਮੈਂਟ ਤੇ ਕਹਿੰਦੇ this is to ਕਹਿੰਦਾ ਜੀ conserve the momentum। ਉਹ ਕਹਿੰਦਾ ਵੀ ਕਿਹੜੇ ਵੇ ਨਾਲ, ਅਸੀਂ ਉਹਨੂੰ ਇਸ ਵੇ ਨਾਲ ਦੱਸਿਆ ਕਿ ਜਦੋਂ ਬੁਲਟ ਤੇ ਗਨ, ਯਾਨੀ ਜਦੋਂ ਅਸੀਂ ਬੁਲਟ ਹਜੇ ਫਾਇਰ ਨਹੀਂ ਕੀਤੀ ਸੀ, ਉਦੋਂ ਬੁਲਟ ਤੇ ਗਨ ਦੋਨੋਂ ਕਿਹੜੀ ਸਟੇਟ ਚ ਆ? Rest state. So state of rest. ਤੇ ਜਿਹੜੀ ਬੋਡੀ ਰੈਸਟ ਵਿੱਚ ਉਹਦਾ ਮੋਮੈਂਟਮ ਕਿੰਨਾ ਹੁੰਦਾ? Zero. ਜ਼ੀਰੋ, ਕਿਉਂਕਿ ਮੋਮੈਂਟਮ ਮਾਸ ਇਨਟੂ ਵੈਲੋਸਿਟੀ ਹੁੰਦਾ। ਇਸ ਲਈ ਆਪਾਂ ਜੇ ਇੱਥੇ ਇਹ ਲਿਖੀਏ ਰਿਕੋਇਲਿੰਗ ਆਫ ਗਨ ਚ ਇਨੀਸ਼ੀਅਲ ਮੋਮੈਂਟਮ ਆਫ बुलेट एंड गन, ठीक है, बिफोर फायरिंग ਇਹਦੀ ਵੈਲਿਊ ਅਸੀਂ ਕਹਿੰਦੇ ਜੀ 0 ਆ। ਹੁਣ ਉਸ ਤੋਂ ਬਾਅਦ ਅਸੀਂ ਕਹਿੰਦੇ ਕਿ when you fire a bullet, ਠੀਕ ਹੈ, when you fire a bullet, bullet will move in forward and ਕਹਿੰਦਾ ਜੀ gun should move in backward। ਤੇ ਅਸੀਂ ਦੋ ਵੇਰੀਏਬਲ ਡਿਫਾਈਨ ਕਰਨ ਲੱਗੇ, let v1 and v2, let v1 v2 be the velocities of a bullet and gun respectively। ठीक है, तो therefore जे ਆਪਾਂ ਹੁਣ ਫਾਈਨਲ ਮੋਮੈਂਟਮ ਲਿਖੀਏ, ਜਦੋਂ ਬੁਲਟ ਫਾਰਵਰਡ ਜਾਏਗੀ ਤਾਂ ਅਸੀਂ ਕਹਿੰਦੇ ਬੁਲਟ ਦਾ ਮੋਮੈਂਟਮ ਹੋਏਗਾ, ਜੇ ਬੁਲਟ ਦਾ ਮੋਮੈਂਟਮ ਆ ਗਨ ਦਾ ਵੀ ਹੋਏਗਾ। ਉਹਨਾਂ ਨੇ ਇਦਾਂ ਕਹਿਤਾ ਕਿ ਟੋਟਲ ਮੋਮੈਂਟਮ ਆਫ bullet and gun after firing, ਕੀ ਫਾਰਮੂਲਾ ਸੀਗਾ ਮੋਮੈਂਟਮ ਦਾ? Sure, every Mass into velocity. ਮਾਸ ਇਨਟੂ ਵੈਲੋਸਿਟੀ। ਬੁਲਟ ਦਾ ਮਾਸ m1 ਹੋ ਗਿਆ, ਵੈਲੋਸਿਟੀ v1 ਹੋ ਗਈ, ਗਨ ਦਾ ਮਾਸ m2 ਤੇ ਵੈਲੋਸਿਟੀ v2। ਤੇ ਹੁਣ ਇੱਥੇ ਜੇ ਅਸੀਂ ਆਹ ਕੰਡੀਸ਼ਨ ਲਗਾਈਏ, ਜਦੋਂ ਕਹਿੰਦਾ ਜੀ ਤੁਸੀਂ ਬੁਲਟ ਫਾਇਰ ਕਰਦੇ ਪਏ, ਅਸੀਂ ਕਹਿੰਦੇ ਕੋਈ ਐਕਸਟਰਨਲ ਫੋਰਸ ਅਸੀਂ ਸਿਸਟਮ 'ਚ ਨਹੀਂ ਲਗਾਈ, ਤੁਸੀਂ ਉਹਦਾ ਜਦੋਂ ਐਸਐਚ ਪੁੱਲ ਕਰਦੇ ਹੋ ਉਹਦਾ ਪੁਆਇੰਟ ਨੂੰ, ਠੀਕ ਹੈ, ਟ੍ਰਿਗਰ ਜਿਹੜਾ ਹੈਗਾ, ਤੇ ਉਸ ਮੂਵਮੈਂਟ ਤੇ ਉਹਨੇ ਐਸਐਚ ਸਪਰਿੰਗ ਨੂੰ ਕੰਪਰੈਸ ਕੀਤਾ, ਸਪਰਿੰਗ ਨੇ ਇਨ ਟਰਨ ਰਿਐਕਸ਼ਨਲ ਫੋਰਸ ਜਿਹੜੀ ਬੁਲਟ ਤੇ ਲਗਾਤੀ। ਠੀਕ ਹੈ, ਤਾਂ ਅਸੀਂ ਕਹਿੰਦੇ ਜੀ ਉਸ ਮੂਵਮੈਂਟ ਤੇ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਠੀਕ ਹੈ, ਇਸ ਕਨਜ਼ਰਵੇਸ਼ਨ ਦੇ ਅਕੋਰਡਿੰਗਲੀ ਆਪਾਂ ਇਹ ਕਿਹਾ ਵਾ ਟੋਟਲ ਮੋਮੈਂਟਮ ਆਫ ਦਾ ਸਿਸਟਮ ਬਿਫੋਰ ਫਾਇਰਿੰਗ ਐਂਡ ਆਫਟਰ ਫਾਇਰਿੰਗ ਉਹ ਇਕੁਅਲ ਆ। ਇੱਥੇ ਜੇ ਲਿਖਾਂ ਤੇ ਕਹਾਂਗਾ ਟੋਟਲ
momentum of system ਦੇ ਵਿੱਚ ਇਸ ਵੇਲੇ ਦੋ ਪਾਰਟੀਕਲ ਆ, ਦੋ ਬੋਡੀਜ਼ ਆ, ਇੱਕ ਬੁਲਟ ਔਰ ਇੱਕ ਗਨ। ਟੋਟਲ ਮੋਮੈਂਟਮ ਆਫ ਸਿਸਟਮ ਬੁਲਟ ਪਲੱਸ ਗਨ ਅਸੀਂ ਕਹਿੰਦੇ ਜੀ ਬਿਫੋਰ ਫਾਇਰਿੰਗ equal to after firing। ऊपरली टर्म कॉमन कर लो कि टोटल मोमेंटम ऑफ सिस्टम यानी बुलेट एंड गन बिफोर फायरिंग शुड बी इक्वल टू आफ्टर फायरिंग। हुन बिफोर फायरिंग इना दोनों दा मिला के जेड़ा मोमेंटम 0 आ, आफ्टर फायरिंग दोनों दा मोमेंटम मिला के आ गया m1 v1 प्लस m2 v2। क्लियर इनी गल? Yes, sir. Yes, sir. इथों जे मैं v2 कड्डा ते v2 दी वैल्यू आ गई माइनस m1 v1 बाय m2। इना आ जाएगा जी? Yes, sir. Yes, sir. Yes, sir. एक टर्म समझो कि भी m1 m2 दो पार्टिकल दे मासेस आ, मासेस मेरे को नेगेटिव हुंदे नहीं, ठीक है? एमल जे v1 दी वैल्यू पॉजिटिव होएगी ते v2 दी वैल्यू माइनस आ गई, जे v1 दी वैल्यू माइनस होएगी ते माइनस माइनस प्लस करके v2 पॉजिटिव आ गया। ਇਹਦਾ मतलब ये हो गया कि भी if v1 is positive, if v1 is positive then v2 negative, ठीक है? then v2 negative and vice versa। ਇਹਦਾ मतलब ये हो गया v1 ਤੇ v2 ਜੇ ਆਪਾਂ ਆ ਇੱਕ ਸਟ੍ਰੇਟ ਲਾਈਨ ਲੈ ਕੇ ਚੱਲੀਏ, ਆ ਮੇਰੇ ਕੋਲ origin ਹੋਵੇ, ਠੀਕ ਹੈ? ਜੇ v1 ਤੇ v2 ਦੇ ਸਾਈਨ ਦੀ ਗੱਲ ਕਰਾਂ, ਉਹ ਕਹਿੰਦਾ ਜੇ v1 ਪੋਜ਼ਿਟਿਵ ਡਾਇਰੈਕਸ਼ਨ ਚ ਹੋਏਗਾ, ठीक है? जे v1 मेरा पॉजिटिव डायरेक्शन च होएगा ते v2 मेरा नेगेटिव च होएगा, यानी किसी भी इंस्टेंट ते v1 ते v2 दा साइन सेम नहीं आना। वो कहना जे v1 v2 दा साइन सेम नहीं आएगा, they are always to be in opposite। it means जे बुलेट दी डायरेक्शन फॉरवर्ड होएगी ते गन हमेशा किधर नु आनी है? Sir, backward position पे। बैकवर्ड आएगी। ਇਹਦਾ मतलब ये हो गया कि गन ਅਸੀਂ ਕਹਿੰਦੇ ਰੀਕॉइल ਕਰਦੀ ਹੈ, बैक मार दी गन, ठीक है? ਉਹਦਾ ਰੀਜ਼ਨ ਅਸੀਂ ਇਹ ਦੱਸਦੇ ਪਏ ਕਿ ਵੀ ਜਦੋਂ ਵੀ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੇ ਅਕੋਰਡਿੰਗਲੀ ਸੋਚਾਂਗੇ ਤੇ ਹਮੇਸ਼ਾ ਬੁਲਟ ਤੇ ਗਨ ਦੇ ਮੂਵ ਇਨ ਆਪੋਜ਼ਿਟ ਡਾਇਰੈਕਸ਼ਨ, ਤੇ ਉਹਨੂੰ ਅਸੀਂ ਇੱਥੇ ਜਸਟੀਫਾਈ ਕੀਤਾ ਸੀ ਕਨਜ਼ਰਵੇਸ਼ਨ ਨਾਲ ਕਿ ਜਦੋਂ ਬੁਲਟ ਨੇ ਫਾਰਵਰਡ ਡਾਇਰੈਕਸ਼ਨ 'ਚ ਜਾਣਾ ਤੇ ਗਨ ਦੀ ਡਾਇਰੈਕਸ਼ਨ ਹਮੇਸ਼ਾ ਤੁਹਾਡੇ ਕੋਲ ਰਿਵਰਸ ਹੋਏਗੀ। ਦੂਜਾ ਇੱਕ ਉੱਤੇ ਨਾਲ ਹੀ ਪੁਆਇੰਟ ਦਿੱਤਾ, ਵਾਈਲ ਫਾਇਰਿੰਗ ਦਾ ਬੁਲਟ ਗਨ ਆਲਵੇਜ਼ ਟੂ ਬੀ ਹੈਲਡ ਟਾਈਟਲੀ ਵਿਦ ਯੂਰ ਸ਼ੋਲਡਰ, ठीक है ना? ਤੁਸੀਂ ਗਨ ਨੂੰ ਹਮੇਸ਼ਾ ਆਪਣੇ ਸ਼ੋਲਡਰ ਨਾਲ ਟਾਈਟ ਕਰਨਾ ਜੀ ਹੈਲਡ ਕਰਦੇ ਹੋ। ਕਹਿੰਦਾ ਵੀ ਉਹਦਾ ਕੀ ਕਾਜ਼ ਆ? ਤੇ ਸੇਮ ਇੱਥੋਂ ਹੀ ਫੇਰ ਆ ਜਾਓ ਕਿ ਵੀ m2 ਤੇ v2, m2 ਕੀ ਚੀਜ਼ ਆ? Sir, mass of gun। ਮਾਸ ਆਫ ਗਨ। ਤੇ v2 ਐਸ ਸੱਚ ਮੇਰੇ ਕੋਲ ਗਨ ਦੇ ਬੈਕ ਆਨ ਦੀ ਵੈਲੋਸਿਟੀ ਹੋਗੀ। ਇਸ ਰਿਲੇਸ਼ਨ ਤੋਂ ਜੇ ਆਪਾਂ ਗੱਲ ਕਰੀਏ ਤੇ ਇਹਦਾ ਮਤਲਬ ਇਹ ਹੋਏਗਾ ਜਦੋਂ ਮੈਂ ਗਨ ਨੂੰ ਆਪਣੇ ਸ਼ੋਲਡਰ ਨਾਲ ਟਾਈਟ ਕਰ ਲਿਆ, ਇਹ ਮਤਲਬ ਮੇਰੀ ਬਾਡੀ ਦਾ ਮਾਸ ਤੇ ਉਸ ਗਨ ਦਾ ਮਾਸ ਇਹ ਆਪਸ ਵਿੱਚ ਕੰਬਾਈਨਡ ਇੱਕ ਸਿਸਟਮ ਹੋ ਗਿਆ ਤੇ ਓਵਰਆਲ ਜੇ ਉਸ ਮੂਵਮੈਂਟ ਤੇ ਮਾਸ ਵੱਧ ਗਿਆ, ਠੀਕ ਹੈ ਨਾ? ਕਿਉਂਕਿ ਮੇਰੀ ਬਾਡੀ ਦਾ ਮਾਸ ਉਸ ਗਨ ਦੇ ਨਾਲ ਅਟੈਚ ਹੋ ਚੁੱਕਾ, ਇਹ ਮਤਲਬ ਓਵਰਆਲ ਜੇ ਮਾਸ ਵੱਧ ਜਾਏਗਾ, ਠੀਕ ਹੈ, ਤੇ ਉਹਦੇ ਬੈਕ ਆਨ ਦੀ ਵੈਲੋਸਿਟੀ ਜਿਹੜੀ ਉਹ डिक्रीज हो जाएगी, ਘਟ ਜੂਗੇ। ਬਿਲਕੁਲ। ਇਹਦਾ ਮਤਲਬ ਇਹ ਹੋਇਆ ਕਿ ਜੇਕਰ ਮੈਂ ਇਹਨੂੰ ਪਰੇ ਆਪਣੇ ਬਾਡੀ ਤੋਂ ਰੱਖ ਕੇ ਚਲਾਣਾ, ਇਹਨੇ ਬੈਕ ਮਾਰਨੀ ਜ਼ੋਰ ਦੀ, ਯਾਨੀ ਇਹ ਮੇਰੇ ਸ਼ੋਲਡਰ ਨੂੰ ਜਾ ਕੇ ਹਿੱਟ ਕਰੇਗੀ ਜ਼ੋਰ ਦੀ। ਪਰ ਜੇ ਮੈਂ ਸ਼ੋਲਡਰ ਦੇ ਨਾਲ ਜੋੜਿਆ ਹੋਇਆ ਇਹਨੂੰ ਤੇ ਓਵਰਆਲ ਮੇਰੀ ਬਾਡੀ ਦਾ ਮਾਸ ਉਹਦੇ ਨਾਲ ਅਟੈਚ ਹੋ ਚੁੱਕਾ, ਓਵਰਆਲ ਜਿਹੜਾ ਵਾ ਉਹ ਮਾਸ m2 ਵੱਧ ਜਾਣਾ, ਜਿਹਦੇ ਕਰਕੇ ਉਹਦੇ ਬੈਕ ਆਨ ਦੀ ਵੈਲੋਸਿਟੀ ਜਿਹੜੀ ਕਹਿੰਦਾ ਜੀ ਉਹ ਮੇਰੇ ਕੋਲ ਘਟ ਜਾਏਗੀ। ਠੀਕ ਆ? ਕਿਆ ਸੈਕਿੰਡ ਪੁਆਇੰਟ ਕਲੀਅਰ ਆ? yes sir, Yes sir, clear ਹੈ। ਥਰਡ ਸੀਗਾ ਫਲਾਈਟ ਆਫ ਰਾਕੇਟਸ। ਉਹ ਚ ਸਿੰਪਲੀ ਅਸੀਂ ਇੰਨੀ ਗੱਲ ਕਹਿੰਦੇ ਆ ਕਿ ਵੀ ਜਦੋਂ ਰਾਕੇਟ ਮੂਵ ਕਰਦਾ ਪਿਆ, ਉਹ ਕਹਿੰਦਾ ਜੀ ਜਦੋਂ ਰਾਕੇਟ ਮੂਵ ਕਰਦਾ ਪਿਆ ਤੇ ਉਸ ਇਨਸਟੈਂਟ ਤੇ ਇਸ ਰਾਕੇਟ ਨੇ ਜਿਹੜੀ ਗੈਸਿਸ ਵਾ ਹਨਾ, ਦੇ ਆਰ ਇਜੈਕਟਿੰਗ ਦਾ ਗੈਸਿਸ ਇਨ ਡਾਊਨਵਰਡ ਡਾਇਰੈਕਸ਼ਨ, ਤੇ ਜੇ ਗੈਸਿਸ ਸਾਰੀਆਂ ਇਥੋਂ ਡਾਊਨਵਰਡ ਡਾਇਰੈਕਸ਼ਨ ਚ ਇਜੈਕਟ ਕਰਦਾ ਪਿਆ ਵਿਦ ਸਰਟਨ ਮੋਮੈਂਟਮ, ਤੇ ਜਿੰਨਾ ਮੋਮੈਂਟਮ ਇਹ ਡਾਊਨਵਰਡ ਪ੍ਰੋਵਾਈਡ ਕਰੇਗਾ, ਠੀਕ ਹੈ, ਉਨਾ ਹੀ ਮੋਮੈਂਟਮ ਇਸ ਰਾਕੇਟ ਨੂੰ ਅਪਵਰਡ ਮਿਲੂਗਾ। yes sir, Yes sir। ਸੇਮ ਐਗਜ਼ਾਮਪਲ ਨਿਊਟਨ ਥਰਡ ਲਾਅ ਦੀਆਂ ਵੀ ਆ ਤੇ ਸੇਮ ਐਗਜ਼ਾਮਪਲ ਤੁਹਾਡੇ ਕੋਲ ਕਨਜ਼ਰਵੇਸ਼ਨ ਚ। ਇਸ ਨਾਲ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਰਾਕੇਟ ਫਲਾਈਟ ਲੈ ਰਿਹਾ, ਉਹ ਕਹਿੰਦਾ ਜੀ ਉਸ ਇਨਸਟੈਂਟ ਤੇ ਇਹ ਰਾਕੇਟ ਨੇ ਇਨੀਸ਼ੀਅਲੀ ਰਾਕੇਟ ਦਾ ਤੇ ਗੈਸਿਸ ਦਾ ਮੋਮੈਂਟਮ 0 ਸੀ, ਸੇਮ ਉੱਪਰ ਵਾਲੀ ਕੰਡੀਸ਼ਨ, ਇਨੀਸ਼ੀਅਲ ਮੋਮੈਂਟਮ ਦੋਨਾਂ ਦਾ 0 ਸੀ,
but when the gases are ejecting out in the downward direction with certain momentum, ठीक है, ते according to conservation of linear momentum, जिन्ना momentum ना gases downward निकलनियां वा उन्ना ही momentum ਜਿਹੜਾ ਵਾ in turn reaction ਦੀ form ਚ ਉਹਨੂੰ upward ਮਿਲਣਾ ਵਾ। ਇਸ ਕਰਕੇ ਅਸੀਂ ਕਹਿੰਦੇ ਜੀ ਜਿਹੜਾ ਐਸਐਚ ਰਾਕਟ ਦੀ ਫਲਾਈਟ ਹੈਗੀ ਆ, it is again based upon the conservation of linear momentum. Clear ਇੰਨੀ ਗੱਲ? Yes, sir. ਉਹ ਕਲੀਅਰ ਹੈ? Yes, sir. ਹਾਂਜੀ ਸਰ। ਚਲ ਇਸ ਤੋਂ ਨੈਕਸਟ ਜਿਹੜੀ ਸੀਗੀ ਤੁਹਾਡੇ ਕੋਲ ਉਹ ਸੀਗੀ when a man jump out of the boat। ਇਹ ਅੱਗੇ ਵੀ ਦੱਸੀ ਸੀ ਤੁਹਾਨੂੰ। ਮੰਨ ਲਓ ਤੁਸੀਂ ਕਿਸੇ ਇੱਕ ਬੋਟ ਦੇ ਵਿੱਚ ਖੜੇ ਹੋ ਤੇ ਤੁਸੀਂ ਜਦੋਂ ਉਹਦੇ ਐਸਐਚ ਰਿਵਰ ਸਾਈਡ ਤੇ ਆ ਗਏ, ਕਿਨਾਰੇ ਤੇ ਆ ਗਏ, ਹੁਣ ਤੁਸੀਂ ਬਾਹਰ ਨਿਕਲਣਾ, ਕੀ ਤੁਸੀਂ ਦੋਨੋਂ ਪੈਰ ਇੱਕੋ ਵਾਰੀ ਛਾਲ ਮਾਰ ਕੇ ਬਾਹਰ ਕੱਢ ਲੈਂਦੇ ਹੋ? ਨੋ ਸਰ, ਇੱਕ ਪਹਿਲੇ ਕੱਢਦੇ ਹਾਂ। ਇੱਕ ਪਹਿਲੋਂ ਬਾਹਰ ਰੱਖਾਂਗੇ, ਜਿੱਦਾਂ ਹੀ ਇੱਕ ਪੈਰ ਤੁਸੀਂ ਬਾਹਰ ਕਿਨਾਰੇ ਤੇ ਰੱਖਦੇ ਹੋ ਤੇ ਤੁਸੀਂ ਉਸ ਮੂਵਮੈਂਟ ਤੇ ਦੂਜੇ ਪੈਰ ਦੇ ਨਾਲ ਬੋਟ ਨੂੰ ਬੈਕਵਰਡ ਮੋਮੈਂਟਮ ਦਿੰਦੇ, ਤੇ ਜਦੋਂ ਅਸੀਂ ਬੋਟ ਨੂੰ ਬੈਕਵਰਡ ਮੋਮੈਂਟਮ ਦਵਾਂਗੇ ਤੇ ਇਨ ਟਰਨ ਬੋਟ ਮੈਨੂੰ ਜਿਹੜਾ ਉਹ ਫਾਰਵਰਡ ਮੋਮੈਂਟਮ ਦਿੰਦੀ ਹੈ। ਇਹਦਾ ਮਤਲਬ ਕਿ ਜਿੰਨਾ ਮੈਂ ਬੋਟ ਤੇ ਐਕਸ਼ਨ ਕੀਤਾ ਬੈਕਵਰਡ, ਉਨਾ ਹੀ ਬੋਟ ਨੇ ਮੇਰੇ ਤੇ ਰਿਐਕਸ਼ਨ ਫਾਰਵਰਡ ਕੀਤਾ। ਇਹਦਾ ਮਤਲਬ ਹੋ ਗਿਆ ਪਰਸਨ ਕਮ ਆਊਟ ਆਫ ਦਾ ਕਿੰਨਾ ਜੀ ਬੋਟ। ਇਹਦਾ ਮਤਲਬ ਅਸੀਂ ਕਹਿੰਦੇ ਜੀ ਉਦੋਂ ਬੋਟ ਚੋਂ ਵੀ ਬਾਹਰ ਜੇ ਨਿਕਲਣਾ ਤੇ ਉਦੋਂ ਵੀ ਕਨਜ਼ਰਵੇਸ਼ਨ ਆਫ ਮੋਮੈਂਟਮ ਦਾ ਹੀ ਕਨਸੈਪਟ ਆ। ਕਲੀਅਰ ਆ? Yes, sir. ਯੈਸ ਸਰ। ਬਾਕੀ ਸੁੱਤੇ ਕਿ ਜਾਗਦੇ? Yes, sir. ਫਿਰ ਜਾਗਦੇ ਪਏ। ਦੋ ਹੀ ਜਾਗੇ ਆ। ਬਾਕੀ ਸੁੱਤੇ ਕਿ ਜਾਗਦੇ? ਸਰ ਬੋਲ ਤਾਂ ਰਹਾ ਹੂੰ। ਹਜੇ ਵੀ ਬਾਕੀ ਸੁੱਤੇ ਕਿ ਜਾਗਦੇ? ਹੁਣ ਮੈਂ ਬਾਈ ਨੇਮ ਬੋਲਣ ਲੱਗਿਆ, ਕਿਹੜੇ ਕਿਹੜੇ? ਹਾਂਜੀ ਸਰ। Yes, sir. Yes, sir. Yes, sir. ਆਵਾਜ਼ਾਂ ਨਿਕਲਦੀਆਂ। ਸੁਸਤੀ ਪਾ ਕੇ ਬੈਠੀ। ਸਨੇਹਾ ਹਾਂਜੀ ਸਰ। ਸੁਸਤੀ ਪਾਈ ਆ? ਨਹੀਂ ਸਰ, ਜਾਗਦੀ ਪਈ। चलो नेक्स्ट है एक तो रॉकेट के केस वाले में थर्स्ट बोलेंगे ना इसे, जो बिल्कुल जी बिल्कुल थ्रस्ट कह सकते। थ्रस्ट जे फोर्स दी फॉर्म च बोलना, मोमेंटम दी फॉर्म च नहीं। थ्रस्ट जेड़ा वर्ड आ वो किधर ही आ, ਅਸੀਂ ਕਹਿੰਦੇ ਜੀ when the force will applied on a body in a perpendicular direction, ਜਿਹੜੀ ਫੋਰਸ ਕਿਸੇ ਸਰਫੇਸ ਤੇ ਅਸੀਂ perpendicular to the surface ਲੈਨੇ ਅਸੀਂ ਉਹਨੂੰ ਥ੍ਰਸਟ ਨਾਮ ਦੇ ਦਿੰਦੇ ਹਾਂ। ठीक है जी? यस सर। सर वो ऊपर आपने पीओसीओ क्या लिखा है सर? सर ऊपर है सर जहाँ पे आपने प्रूव किया है वो। अकॉर्डिंग टू प्रिंसिपल ऑफ कंजर्वेशन ऑफ ਉਹਨੂੰ ਸ਼ਾਰਟ ਚ ਲਿਖਦਾ ਭਰਾ। ओके सर। सर वो समझ नहीं आया। अकॉर्डिंग टू प्रिंसिपल ऑफ कंजर्वेशन ऑफ लीनियर मोमेंट। ठीक है जी? डन। चलो नेक्स्ट एक एप्लीकेशन ਉਹਨੇ ਦਿੱਤੀ ਬੇਟਾ ਤੁਹਾਡੇ ਕੋਲ, ਕਹਿੰਦਾ ਜੀ ਫਾਇਰ ਕਰੈਕਰ ਵਾਲੀ ਨਾ। ਅਸੀਂ ਕਹਿੰਦੇ ਜੀ ਕੋਈ ਮੰਨ ਲਓ ਜਦੋਂ ਐਸਐਚ ਫਾਇਰ ਕਰੈਕਰ ਐਕਸਪਲੋਡ ਕਰਦਾ, ਉਹ ਕਹਿੰਦਾ ਜੀ ਫਾਇਰ ਕਰੈਕਰ ਦੀ ਐਕਸਪਲੋਡਿੰਗ ਦੇ ਅਕੋਰਡਿੰਗਲੀ ਜੇ ਆਪਾਂ ਗੱਲ ਕਰੀਏ, ਇਨੀਸ਼ੀਅਲੀ ਜਦੋਂ ਫਾਇਰ ਕਰੈਕਰ ਮੇਰੇ ਕੋਲ ਰੈਸਟ ਦੀ ਸਟੇਟ ਚ ਆ, ਉਹਦਾ ਇਨੀਸ਼ੀਅਲ ਮੋਮੈਂਟਮ ਕੀ ਆ? जीरो। ਮੈਨੂੰ ਇਹਦੇ ਚ ਇਹ ਨੂਮੈਰੀਕਲ ਚ ਯੂਜ਼ ਹੋਣ ਵਾਲਾ ਕਨਸੈਪਟ ਆ। ਉਹਨੇ ਇਦਾਂ ਕਹਿਣਾ ਕਿ ਵੀ ਮੰਨ ਲਓ ਆ ਕੋਈ ਫਾਇਰ ਕਰੈਕਰ ਇੱਥੇ ਰੈਸਟ ਦੀ ਸਟੇਟ ਚ ਪਿਆ, let it be explode into 3 fragment. Out of the 3, 2 fragment will be move in a mutual perpendicular direction. Now find in which direction the third fragment will be moved. ਉਹਨੇ ਕਹਿਣਾ ਜੀ ਮੰਨ ਲਓ ਇਹਦੇ 3 ਫ੍ਰੈਗਮੈਂਟ ਹੋ ਗਏ, ਠੀਕ ਹੈ, ਤਿੰਨਾਂ ਵਿੱਚੋਂ 2 ਫ੍ਰੈਗਮੈਂਟ ਜਿਹੜੇ ਆ m1 m2, ਠੀਕ ਹੈ, ਮਾਸਿਸ ਕੁਛ ਨਾ ਕੁਛ ਕੁਐਸਚਨ ਚ ਦੱਸ ਦੇਗਾ ਕਿ ਵੀ ਮੰਨ ਲਓ 3 ਫ੍ਰੈਗਮੈਂਟ ਬਣੇ ਆ, ਠੀਕ ਹੈ, ਜਿਹੜੇ ਐਸਐਚ ਮਾਸਿਸ ਉਹਨਾਂ ਦੇ ਆ ਉਹ 1:2 ਕਹਿੰਦਾ ਜੀ 1:3 ਦੀ ਰੇਸ਼ੋ ਚ, ਇਹਦਾ ਕਰਕੇ ਕੁਝ ਵੀ ਵੈਲਿਊ ਕਰ। ਉਹ ਕਹਿੰਦਾ ਜੀ ਆਊਟ ਆਫ ਦਾ 3 ਕਹਿੰਦਾ 2 which are of equal in mass, ठीक है, यानी m1 m2 they should fly off कहना जी perpendicular to one another. Now find out the heavier mass will move in which direction, और ਉਹਦੇ मूव ਕਰਨ ਦੀ ਉਹ ਕਹੂਗਾ ਜੀ ਕੁਝ velocity ਕੱਢੋ ਕੀ ਆ। ਹੁਣ ਬੇਟਾ ਜੇ ਮੈਂ ਇਸ ਨੂਮੈਰੀਕਲ ਨੂੰ ਲੈਣਾ ਤੇ ਮੈਂ ਇੱਥੇ ਕਨਸੈਪਟ ਲਾਵਾਂਗਾ ਕਨਜ਼ਰਵੇਸ਼ਨ ਆਫ ਮੋਮੈਂਟਮ। ਉਹਦੇ ਅਕੋਰਡਿੰਗਲੀ ਮੇਰੀ ਕੰਡੀਸ਼ਨ ਇਹ ਹੋਏਗੀ ਕਿ ਇਨੀਸ਼ੀਅਲ ਮੋਮੈਂਟਮ ਇਸ ਫਾਇਰ ਕਰੈਕਰ ਦਾ 0 ਆ, ਠੀਕ ਆ, ਤੇ ਜੇ ਇਹਦਾ ਇਨੀਸ਼ੀਅਲ 0 ਆ, ਇਹਦਾ ਮੂਵ ਕਰਨ ਦੀ ਵੈਲੋਸਿਟੀ v1 ਆ, ਇਹਦੇ ਮੂਵ ਕਰਨ ਦੀ ਵੈਲੋਸਿਟੀ v2 ਆ, ਜਿਹੜਾ ਥਰਡ ਫ੍ਰੈਗਮੈਂਟ ਹੋਏਗਾ ਉਹਦਾ ਮਾਸ m3 ਤੇ ਵੈਲੋਸਿਟੀ v3 ਆ। ਕੀ ਇਨੀ ਗੱਲ ਕਲੀਅਰ? Yes, sir. Yes sir।
ਇਹ ਚ ਕੋਈ ਮੈਥਮੈਟੀਕਲ ਡੈਰੀਵੇਸ਼ਨ ਨਹੀਂ ਹੈਗੀ, ਸਿਰਫ ਸਮਝਾਉਣ ਲਈ ਕਰ ਰਿਹਾ। ਤੇ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਕੀ ਕਹਿੰਦੀ ਸੀ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀ ਸਟੇਟਮੈਂਟ? Sir, momentum before and after. Sir, initial momentum is equal to final momentum. Initial momentum ਤੇ final यानी momentum before explosion and after explosion equal ਆ। Before explosion momentum 0 ਆ, ਠੀਕ ਹੈ, ਤੇ after explosion ਤਿੰਨ momentum ਦੀਆਂ values ਆਈਆਂ, ਮਿਲਾ ਕੇ individual ਹੋਏਗਾ ਇਹਨਾਂ ਦੇ momentum, ਪਰ ਮਿਲਾ ਕੇ ਤਿੰਨਾਂ ਦਾ momentum 0 ਆ। ਇਹਦਾ ਮਤਲਬ 0 equal to first momentum m1 v1 m2 v2 plus m3 v3। ਉਹ ਕਹਿੰਦਾ ਜੀ ਇਹਨਾਂ ਤਿੰਨਾਂ ਦਾ ਜਿੰਨਾ ਮਿਲਾ ਕੇ ਮੋਮੈਂਟਮ ਹੋਊਗਾ ਉਹਨਾਂ ਮੇਰੇ ਕੋਲ ਜਿਹੜਾ ਇਨੀਸ਼ੀਅਲ ਦੇ ਬਰਾਬਰ ਆ ਗਿਆ। ਹੁਣ ਅਸੀਂ ਲੱਭਣਾ ਇਹਦੇ ਵਿੱਚ ਕੀ ਆ ਪਾਰਟੀਕਲ ਦਾ ਮੋਮੈਂਟਮ, ਤੇ ਜੇ ਮੈਂ ਇੱਥੇ ਆ ਲਿਖ ਲਵਾਂ m3 v3 equal to m1 v1 plus m2 v2, ਜਾਂ ਇਹਦੀ ਥਾਂ ਤੇ m3 v3 ਕੀ ਚੀਜ਼ ਬਣੀ ਆ? Momentum of third particle. ਮੋਮੈਂਟਮ ਆਫ ਥਰਡ ਪਾਰਟੀਕਲ, ਇਹਨੂੰ ਆਪਾਂ p3 ਲਿਖ ਦਿੰਨੇ, ਠੀਕ ਹੈ ਜੀ, ਇਕੁਅਲ ਟੂ, ਔਰ ਆ ਸਾਰੀ ਟਰਮ ਦੇ ਅੱਗੇ ਨਾਲ ਇੱਕ ਮਾਈਨਸ ਆ ਗਈ, ਠੀਕ ਹੈ, ਮਾਈਨਸ ਆਫ m1 v1 ਨੂੰ p1 ਪੜ ਲਓ, m2 v2 ਨੂੰ p2। ਇਹਦਾ ਮਤਲਬ ਕੱਢੋ ਕੀ ਬਣਿਆ ਇਸ ਲਾਈਨ ਦਾ, ਕੀ ਜਸਟੀਫਾਈ ਕਰਦੀ ਆ? Sir, नहीं समझ आया sir. Sir, P2 minus P1. ਉਹ ਤੇ ਇਹਨੂੰ ਜੇ ਆਪਾਂ ਮੀਨਿੰਗ ਵਾਈਜ਼ ਸਮਝਣਾ ਹੋਵੇ ਨਾ ਤਾਂ ਅਸੀਂ ਇਹ ਕਿਹਾ ਕਿ ਤਿੰਨ ਫਰੈਗਮੈਂਟ ਦਾ ਮਿਲਾ ਕੇ ਮੋਮੈਂਟਮ ਜਿਹੜਾ ਇਨੀਸ਼ੀਅਲ ਦੇ ਬਰਾਬਰ ਕਰ ਲਿਆ, ਉਹਦੇ ਵਿੱਚੋਂ ਮੈਂ ਥਰਡ ਪਾਰਟੀਕਲ ਦਾ ਮੋਮੈਂਟਮ ਵੱਖਰਾ ਕਰ ਲਿਆ, ਕਾਦੇ ਬਰਾਬਰ ਆਇਆ? ਕਹਿੰਦਾ ਜੀ ਇਟ ਸ਼ੁੱਡ ਬੀ ਇਕੁਅਲ ਐਂਡ ਆਪੋਜ਼ਿਟ ਟੂ, ਠੀਕ ਹੈ। ਆ p1 plus p, ਇਹਦਾ ਕੀ ਮਤਲਬ ਹੈ? ਕਹਿੰਦਾ ਜੀ p1 ਤੇ p2 ਦਾ ਪਹਿਲੋ ਰਿਜ਼ਲਟੈਂਟ ਮੋਮੈਂਟਮ ਕੱਢ ਲਓ, ਜਿੱਧਰ ਨੂੰ p1 ਤੇ p2 ਦਾ ਰਿਜ਼ਲਟੈਂਟ ਵੈਕਟਰ ਆਏਗਾ, ਹਨਾ, p3 ਤੁਹਾਡਾ ਉਸ ਰਿਜ਼ਲਟੈਂਟ ਦੇ ਬਰਾਬਰ ਬਟ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ ਚ ਹੋਏਗਾ। ਮੈਂ ਫੇਰ ਲਾਈਨ ਰਿਪੀਟ ਕਰ ਰਿਹਾ, ਜੇ ਆ m1 v1 आ गया sir समझ। m1 v1 p1 ਬਣਿਆ, ਆ m2 v2 ਮੇਰਾ p2 ਬਣਿਆ, ਠੀਕ ਆ। ਤੇ ਜੇ ਆ ਦੋ ਵੈਕਟਰ ਦਾ ਮੈਂ ਰਿਜ਼ਲਟੈਂਟ ਕੱਢਣਾ ਵਾ, ਇਹ ਦੋ ਵੈਕਟਰ ਕਿੱਦਾਂ ਜੁੜਦੇ ਇੱਕ ਦੂਜੇ ਨਾਲ? Tail to tail. Tail to tail. ਤੇ ਜੇ ਇਹਨਾਂ ਦੋ ਦਾ ਆਪਾਂ ਰਿਜ਼ਲਟੈਂਟ ਕੱਢਣਾ, ਕਿੱਦਾਂ ਕੱਢੀਦਾ ਰਿਜ਼ਲਟੈਂਟ? ਕਿਹੜਾ ਫਾਰਮੂਲਾ? ਪੈਰਲੋਗ੍ਰਾਮ। Parallelogram law of ਜੇ addition. ਇੱਕ ਪੈਰਲੋਗ੍ਰਾਮ ਕੰਪਲੀਟ ਕਰਾਂਗੇ ਤੇ ਆ ਲਾਈਨ ਦੇ ਅਲੋਂਗ ਇਹਦਾ ਰਿਜ਼ਲਟੈਂਟ ਕੱਢ ਦਾਂਗੇ। ਜਿਹੜਾ ਇਹਦਾ ਰਿਜ਼ਲਟੈਂਟ ਮੋਮੈਂਟਮ ਆਇਆ ਉਹਦਾ ਨਾਮ p ਰੱਖ ਲਓ, p3 ਤਾਂ ਨਹੀਂ ਰੱਖੂੰਗਾ ਕਿਉਂਕਿ p3 ਤੀਜੇ ਦਾ ਵਾ। ਹੁਣ ਆ p ਮੋਮੈਂਟਮ ਜਿਹੜਾ ਆਇਆ ਇਹਨੂੰ ਜੇ ਮੈਂ ਕੈਲਕੂਲੇਟ ਕਰਨਾ, ਠੀਕ ਹੈ, ਇਹ ਜਸ ਸਮਝਾਉਣ ਲਈ ਹੈ ਸਾਰਾ, ਮੁੜ ਕੇ ਨੂਮੈਰੀਕਲ ਵੇਲੇ ਇਹਨੂੰ ਆਪਾਂ ਦੁਬਾਰਾ ਕਰਾਂਗੇ। ਇੱਥੋਂ ਜੇ ਮੈਂ p ਕੱਢਣਾ ਤੇ p ਕੱਢਣ ਦਾ ਫਾਰਮੂਲਾ ਕੀ ਹੋ ਗਿਆ? p1 ਸਕੁਅਰ plus p2 ਸਕੁਅਰ plus ਤੀਜੀ ਟਰਮ ਆਣੀ 2p1 p2 cos 90, ਤੇ cos 90 0 ਹੋ ਜੂ। ਹਾਂਜੀ sir. ਇਹਦਾ ਤੀਜੀ ਟਰਮ ਇਹਦੇ ਚ 0 ਆ। ਅੱਗਿਓਂ ਜਿਹੜਾ ਅਸੀਂ ਮਾਸਿਸ ਮੰਨੇ ਆ ਦੋਨਾਂ ਦੇ ਸੇਮ ਆ, ਤੇ ਜੇ ਮਾਸਿਸ ਸੇਮ ਆ ਤਾਂ ਦੋਨਾਂ ਦੇ ਮੂਵ ਕਰਨ ਦੀ ਵੈਲੋਸਿਟੀ ਵੀ ਸੇਮ ਹੋ। Yes sir. बिल्कुल। ਹਾਂਜੀ sir. ਇਹਦਾ ਮਤਲਬ ਇੱਥੇ p1 ਤੇ p2 ਆਪਸ ਵਿੱਚ ਇਕੁਅਲ ਆ, p1 equal to p2, ਤੇ therefore ਜਿਹੜਾ p ਦਾ ਫਾਰਮੂਲਾ ਹੋਇਆ ਉਹ √2 ਟਾਈਮ ਆਫ p1 ਆ ਜੂ। Yes sir. ਹਾਂਜੀ sir. p1 p2 ਇਕੁਅਲ ਹੈ, ਇਹਨੂੰ ਵੀ p1 ਸਕੁਅਰ ਭਰ ਲਿਆ, ਮੁੜ ਕੇ ਸੋਲਵ ਕਰਾਂ ਤੇ ਜਿਹੜਾ ਰਿਜ਼ਲਟੈਂਟ ਮੋਮੈਂਟਮ ਉਹ √2 p1 ਆ ਗਿਆ। ਇਹ ਆ ਗਿਆ p1 ਤੇ p2 ਦਾ ਰਿਜ਼ਲਟੈਂਟ। ਤੇ ਬੇਟਾ ਅਸੀਂ ਇਹ ਕਿਹਾ ਵਾ ਕਿ ਵੀ ਜਿਹੜਾ ਥਰਡ ਪਾਰਟੀਕਲ ਦਾ ਮੋਮੈਂਟਮ ਆ ਉਹ ਇਸ ਕਹਿੰਦਾ ਜੀ p1 p2 ਦੇ ਰਿਜ਼ਲਟੈਂਟ ਦੇ ਇਕੁਅਲ, ਪਰ ਇਸ ਰਿਜ਼ਲਟੈਂਟ ਤੋਂ ਆਪੋਜ਼ਿਟ ਡਾਇਰੈਕਸ਼ਨ ਚ ਹੋਏਗਾ। ਇਹਦਾ ਮਤਲਬ ਜਿੱਧਰ ਨੂੰ ਆ ਰਿਜ਼ਲਟੈਂਟ ਵੈਕਟਰ ਆ ਰਿਹਾ, ਸਾਡਾ ਤੀਜਾ ਫਰੈਗਮੈਂਟ ਦਾ ਮੋਮੈਂਟਮ ਜਿਹੜਾ ਵਾ ਉਹ ਇਸ ਰਿਜ਼ਲਟੈਂਟ ਮੋਮੈਂਟਮ ਦੇ ਬਰਾਬਰ, ਪਰ ਡਾਇਰੈਕਸ਼ਨ ਵਾਈਜ਼ ਇਹਦੇ ਤੋਂ ਆਪੋਜ਼ਿਟ ਆ ਜਾਓ। ਹਾਂਜੀ sir. ਕੋਈ ਨਿਆਣਿਓ ਗੱਲ ਸਮਝ ਲੱਗੀ ਸਾਰਿਆਂ ਨੂੰ? Yes sir. Yes sir. ਜੇ ਹਾਂਜੀ sir, ਆ ਰਹੀ ਹੈ। Yes, sir. ਜੇ ਮੈਂ ਇਤੋਂ ਲਿਖਣਾ ਵਾ ਤੇ therefore ਆਪਣੇ ਕੋਲ ਜਿਹੜੀ p3 ਦੀ ਵੈਲਿਊ ਆ ਉਹ ਇਸ p ਦੇ ਇਕੁਅਲ ਆ, ਪਰ ਡਾਇਰੈਕਸ਼ਨ ਵਾਈਜ਼ ਇਹਦੇ ਤੋਂ ਕੀ ਹੋਏਗੀ? ਆਪੋਜ਼ਿਟ। ਇਹਦਾ ਮਤਲਬ ਮੈਂ p1 ਤੇ p2 ਦਾ ਰਿਜ਼ਲਟੈਂਟ ਕੱਢ ਲਵਾਂ, ਜੋ p1 p2 ਦਾ ਰਿਜ਼ਲਟੈਂਟ ਆ ਉਹੀ ਮੇਰਾ ਤੀਜੇ ਪਾਰਟੀਕਲ ਦਾ ਮੋਮੈਂਟਮ ਆ। ਤੇ ਜੇ ਤੀਜੇ ਦਾ ਮੋਮੈਂਟਮ ਪਤਾ ਲੱਗ ਗਿਆ ਹਨਾ, ਤੇ ਇਹਦਾ ਮਤਲਬ ਮੇਰੇ ਕੋਲ ਐਸਐਚ ਆ ਜਿੰਨੀ ਇਹਦੀ ਵੈਲਿਊ ਆ ਉਹ ਡਾਇਰੈਕਸ਼ਨ ਚ ਸਿਰਫ ਆਪੋਜ਼ਿਟ ਹੋਏਗੀ, ਅਦਰਵਾਈਜ਼ ਵੈਲਿਊ ਇਸ ਫਾਰਮੂਲੇ ਨਾਲ ਪਹਿਲੇ ਨਿਕਲ ਆਣੀ ਆ। ਕਲੀਅਰ ਆ?
Yes, sir. Yes, sir. ਮੰਨ ਲਓ आ ਮੇਰੇ गया सर Yes, sir. ਮੰਨ ਲਓ ਹੁਣ ਮੈਨੂੰ ਉਹਨੇ ਅੱਗੇ ਕੁਐਸਚਨ 'ਚ ਇਹ ਕਿਹਾ ਕਿ ਥਰਡ ਫ੍ਰੈਗਮੈਂਟ ਦੀ ਵੈਲੋਸਿਟੀ ਕੱਢੋ। ਹੁਣ ਜੇ ਮੈਂ ਥਰਡ ਫ੍ਰੈਗਮੈਂਟ ਦੀ ਵੈਲੋਸਿਟੀ ਕੱਢਣੀ ਹੈ ਤਾਂ ਮੈਂ ਇੱਥੇ ਕੀ ਕਰਾਂ, √2 into m1 v1 ਹਨਾ, p1 ਨੂੰ ਅਸੀਂ m1 v1 ਲਿਖ ਲਿਆ। ਹੁਣ ਕੁਐਸਚਨ ਦੇ ਵਿੱਚ ਮੈਨੂੰ ਉਹਨੇ v1 v2 ਦੱਸੇ ਹੋਣਗੇ ਕਿ ਵੀ ਆਹ ਦੋ ਫ੍ਰੈਗਮੈਂਟ ਦੇ ਮੂਵ ਕਰਨ ਦੀ ਵੈਲੋਸਿਟੀ 1 ਮੀਟਰ ਪਰ ਸੈਕਿੰਡ ਆ, v3 ਤੁਸੀਂ ਦੱਸਣਾ ਜੀ ਕਿੰਨਾ। ਇਹਦਾ ਮਤਲਬ ਮਾਸਿਸ ਮੈਨੂੰ ਉਹਨੇ ਦੱਸੇ ਹੋਏ ਆ ਹਨਾ, ਮਾਸਿਸ ਇੱਕ ਦਾ ਮਾਸ ਜੇ m ਆ ਗਿਆ, ਦੂਜੇ ਦਾ ਮਾਸ ਵੀ m ਆ ਗਿਆ, ਤੀਜੇ ਦਾ ਮਾਸ 3m ਆ ਜਾਊਗਾ। ਕਲੀਅਰ ਆ? Yes, sir. Yes, sir. ਸੋ m ਮੇਰੇ ਕੋਲ ਗਿਵਨ ਹੋਏਗਾ, v ਮੇਰੇ ਕੋਲ ਗਿਵਨ ਹੋਏਗਾ, ਇਹ ਤੋਂ ਤੁਸੀਂ ਰਿਜ਼ਲਟੈਂਟ ਮੋਮੈਂਟਮ ਕੱਢ ਲਿਆ। ਹੁਣ ਇੱਥੇ ਜੇਕਰ ਮੈਨੂੰ ਅੱਗੇ ਉਹਨੇ ਇਹ ਕਿਹਾ ਕਿ ਥਰਡ ਫ੍ਰੈਗਮੈਂਟ ਦੀ ਵੈਲੋਸਿਟੀ ਕੱਢੋ, ਤੇ ਵੈਲੋਸਿਟੀ ਕੱਢਣ ਲਈ ਤੁਸੀਂ p3 ਦੀ ਥਾਂ ਤੇ m3v3 ਆ ਪੁੱਟ ਕਰ ਦੋਗੇ। Yes, sir. ਇਕੁਅਲ ਟੂ ਕੀ ਆ ਗਿਆ, -p, ਮਾਈਨਸ ਛੱਡ ਦਿਓ, ਬਾਰ-ਬਾਰ ਕਹਿ ਰਿਹਾ ਮਾਈਨਸ ਸਿਰਫ ਡਾਇਰੈਕਸ਼ਨ ਵਾਸਤੇ ਆ। ਵੈਲਿਊ ਲਿਖਣੀ ਹੋਵੇ ਤੇ ਇੱਥੇ ਆ ਗਿਆ √2 m1 v1। ਠੀਕ ਆ, ਇਹਨੂੰ ਸੋਲਵ ਕਰ ਲਵਾਂ ਤੇ ਇਹ ਤੋਂ v3 ਦਾ ਫਾਰਮੂਲਾ √2 m1 v1 ਓਵਰ m3, ਆ ਵਾਲਾ ਫਾਰਮੂਲਾ ਫਾਈਨਲ ਬਣ ਜੂ ਜੀ ਆਪਣਾ। Yes, sir. Yes, sir. ਇਹ ਚ ਸਿਰਫ ਵੈਲਿਊ ਨਹੀਂ ਭਰੀ, ਅਦਰਵਾਈਜ਼ ਸੇਮ ਇਹ ਤੁਹਾਡੇ ਨੂਮੈਰੀਕਲ ਬੰਨੇ, ਇਹ ਤੇ ਰੇਸ਼ੋ ਕੁਝ ਹੋਰ ਹੋ ਸਕਦੀ ਆ। ਠੀਕ ਹੈ ਜੀ, ਵੈਲਿਊ ਕੁਝ ਹੋਰ ਹੋ ਸਕਦੀ ਹੈ, ਪਰ ਮੈਥਡ ਮੇਰਾ ਇਹੀ ਹੋਏਗਾ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਸੋ ਅਸੀਂ ਇਸ ਕੇਸ ਦੇ ਅੰਦਰ ਇਹ ਦੱਸਿਆ ਕਿ ਜਦੋਂ ਤੁਹਾਡੇ ਕੋਲ ਕੋਈ ਫਾਇਰ ਕਰੈਕਰ ਐਕਸਪਲੋਡ ਕਰਦਾ, ਠੀਕ ਹੈ ਜੀ, ਉਹ ਮੇਰੇ ਕੋਲ ਇਨੀਸ਼ੀਅਲੀ ਰੈਸਟ ਵਿੱਚ ਹੋਵੇ ਉਦੋਂ ਐਕਸਪਲੋਡ ਕਰੇ ਜਾਂ 에ਅਰ 'ਚ ਜਾ ਕੇ ਕਿਸੇ ਪੁਆਇੰਟ ਤੇ ਐਕਸਪਲੋਡ ਕਰੇ, ਹਰ ਮੂਵਮੈਂਟ ਤੇ ਉੱਤੇ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਅਪਲਾਈ ਕਰਕੇ, ਕਿਉਂਕਿ ਜਦੋਂ ਫਾਇਰ ਕਰੈਕਰ ਨੇ ਐਕਸਪਲੋਡ ਕਰਨਾ ਉੱਤੇ ਕੋਈ ਵੀ ਐਕਸਟਰਨਲ ਫੋਰਸ ਨਹੀਂ ਲੱਗੀ। ਫਾਇਰ ਕਰੈਕਰ ਦੇ ਅੰਦਰ ਕੈਮੀਕਲ ਰਿਐਕਸ਼ਨ ਹੋਈ ਆ, ਉਹਨੇ ਕੈਮੀਕਲ એનર્ਜੀ ਦਿੱਤੀ, ਉਹਨੇ ਐਕਸਪਲੋਡ ਕੀਤਾ। ਇਸ ਲਈ ਇਸ ਕੇਸ ਦੇ ਅੰਦਰ ਵੀ ਜੇ ਅਸੀਂ ਚੱਲੀਏ ਤੇ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, when no external force will act on a system, ਇੰਨੀ ਵੱਡੀ ਲਾਈਨ ਲਿਖਣ ਦੀ ਥਾਂ ਤੇ ਜਨਰਲੀ ਇੱਕ ਵਰਡ ਲਿਖਿਆ ਮਿਲ ਜਾਏਗਾ, in any isolated system। ਆਈਸੋਲੇਟਡ ਸਿਸਟਮ ਆਪਣੇ ਆਪ ਚ ਵਰਡ ਇਸੇ ਨੂੰ ਜਸਟੀਫਾਈ ਕਰੇਗਾ ਕਿ ਜਿਸ ਸਿਸਟਮ ਦੇ ਅਕ੍ਰੋਸ ਐਕਸਟਰਨਲ ਫੋਰਸ 0 ਆ, ਤੇ ਉਸ ਕੇਸ ਦੇ ਅੰਦਰ ਅਸੀਂ ਕਹਿੰਦੇ ਜੀ ਟੋਟਲ ਮੋਮੈਂਟਮ ਆਫ ਆਲ ਦਾ ਫ੍ਰੈਗਮੈਂਟ ਆਫ ਦਾ ਕਹਿੰਦਾ ਜੀ ਐਕਸਪਲੋਜ਼ਨ, ਜਿਹੜਾ ਤੁਹਾਡਾ ਫਾਇਰ ਕਰੈਕਰ ਹੈ, ਸੌਰੀ ਟੋਟਲ ਫ੍ਰੈਗਮੈਂਟ ਆਫ ਕਹਿੰਦਾ ਜੀ ਫ੍ਰੈਗਮੈਂਟ ਆਫ ਗਿਵਨ ਫਾਇਰ ਕਰੈਕਰ ਹੈ ਨਾ, they should fly off in such a way ਕਿ they should conserve the momentum। ਠੀਕ ਹੈ, ਉਹ ਕਹਿੰਦਾ ਜੀ ਜਿੰਨੇ ਵੀ ਉਹਦੇ ਡਿਫਰੈਂਟ ਫ੍ਰੈਗਮੈਂਟ ਬੰਨੇ ਆ, ਉਹ ਸਾਰੇ ਫ੍ਰੈਗਮੈਂਟ ਜਿਹੜੇ ਨੇ ਇਸ ਵੇ ਨਾਲ ਕਹਿੰਦਾ ਜੀ ਫਲਾਈ ਆਫ ਕਰੂਗੇ ਡਿਫਰੈਂਟ ਡਾਇਰੈਕਸ਼ਨ ਦੇ ਅੰਦਰ, ਕਿ ਵੀ ਉਹ ਟੋਟਲ ਮੋਮੈਂਟਮ ਨੂੰ ਕੰਜ਼ਰਵ ਕਰੂਗੇ। ਮੰਨ ਲਓ ਅਸੀਂ ਕਹਿੰਦੇ ਜੀ ਉਹਦੇ ਫ੍ਰੈਗਮੈਂਟ ਹੀ ਦੋ ਬਣੇ ਆ, ਤੇ ਜੇ ਦੋ ਫ੍ਰੈਗਮੈਂਟ ਬਣੇ ਆ, ਉਹ ਦੋ ਫ੍ਰੈਗਮੈਂਟ ਦਾ ਮਿਲਾ ਕੇ ਜਿਹੜਾ ਇਨੀਸ਼ੀਅਲ ਮੋਮੈਂਟਮ ਆ ਉਹ ਕਿੰਨਾ ਸੀ? ਓਏ ਜਦੋਂ ਫਾਇਰ ਕਰੈਕਰ ਐਕਸਪਲੋਡ ਨਹੀਂ ਕੀਤਾ, ਉਹਦਾ ਇਨੀਸ਼ੀਅਲ ਮੋਮੈਂਟਮ ਕਿੰਨਾ ਸੀ? 0। ਤੇ ਜੇ ਇਨੀਸ਼ੀਅਲ ਉਹਦਾ ਮੋਮੈਂਟਮ 0 ਸੀ, ਤੇ ਜੇ ਇਹਦੇ ਦੋ ਫ੍ਰੈਗਮੈਂਟ ਬਣੇ ਆ, ਇੱਕ ਫ੍ਰੈਗਮੈਂਟ A ਜਿਹੜਾ ਵਾ ਉਹ ਇਸ ਡਾਇਰੈਕਸ਼ਨ 'ਚ ਚੱਲ ਜੇ, ਤੇ ਐਸਾ ਚ ਦੂਜਾ ਫ੍ਰੈਗਮੈਂਟ ਕਿੱਧਰ ਜਾਏਗਾ ਕਿ ਅਗੇਨ ਟੋਟਲ ਮੋਮੈਂਟਮ 0 ਹੋ ਜੇ? ਨੈਗੇਟਿਵ ਡਾਇਰੈਕਸ਼ਨ। ਇਹਦਾ ਮਤਲਬ ਜੇ ਦੋ ਫ੍ਰੈਗਮੈਂਟ ਹੀ ਆ ਤੇ ਦੋਨੋਂ ਫ੍ਰੈਗਮੈਂਟ ਹਮੇਸ਼ਾ ਇੱਕ ਦੂਜੇ ਤੋਂ ਆਪੋਜ਼ਿਟ ਹੀ ਨਿਕਲਨੇ ਆ, ਤਾਂ ਮੋਮੈਂਟਮ ਕੰਜ਼ਰਵ ਹੋਏਗਾ। ਯਾਨੀ ਇਹਦਾ ਪਲੱਸ A ਹੈ ਨਾ, P1 plus P2 ਮਿਲਾ ਕੇ 0 ਕਰਨਾ, ਤੇ P1 plus P2 0 ਤਦ ਹੀ ਹੋਏਗਾ ਜੇ P1 equal to -P2 ਹੋ ਜੂ। Yes, sir. Yes, sir. ਇਸ ਲਈ ਜੇ ਫਾਇਰ ਕਰੈਕਰ ਦੇ ਦੋ ਅਸੀਂ ਕਹਿੰਦੇ ਜੀ ਫ੍ਰੈਗਮੈਂਟ ਬਣੇ ਤੇ ਉਹ ਆਪੋਜ਼ਿਟ ਡਾਇਰੈਕਸ਼ਨ ਚ, ਜੇ ਦੋ ਤੋਂ ਜ਼ਿਆਦਾ ਬਣੇ ਤੇ ਜਿੰਨੇ ਮਰਜ਼ੀ ਬਣੇ, ਕਹਿੰਦਾ ਜੀ ਕੰਡੀਸ਼ਨ ਆ ਹੋਏਗੀ ਕਿ ਇੱਕ ਪਾਰਟੀਕਲ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਮੋਮੈਂਟਮ ਦੀ ਜਿੰਨੀ ਸਮ ਟੋਟਲ ਆਏਗੀ, ਉਹਨਾਂ ਮੋਮੈਂਟਮ ਇੱਕ ਲਾਸਟ ਪਾਰਟੀਕਲ ਦਾ ਹੋਏਗਾ। ਠੀਕ ਹੈ, ਯਾਨੀ ਜੇ ਇੱਥੇ 3 ਫ੍ਰੈਗਮੈਂਟ ਸੀਗੇ, ਬਾਕੀ ਆ ਦੋ ਦਾ ਮਿਲਾ ਕੇ ਜਿੰਨਾ ਹੋਏਗਾ ਮੋਮੈਂਟਮ, ਉਹਨਾਂ ਮੋਮੈਂਟਮ ਮੇਰਾ ਥਰਡ ਫ੍ਰੈਗਮੈਂਟ ਦਾ ਕਹਿੰਦਾ ਜੀ ਹੋਏਗਾ। क्या ये क्लियर है जी? Yes, sir. एक्सप्लोजन ऑफ फायर क्रैकर वाला। Yes, sir. Yes, चलो sir. Sir, हाँ बच्चे,
थोड़ा सा दोबारा से बताना। ਕਿਹੜੀ ਚੀਜ਼ ਬੋਲ? सर बीच में एंड में थोड़ी कंफ्यूजन। ਲਾਡੇ ਮੈਂ ਇਹ ਦੱਸਿਆ ਪੁੱਤ ਕਿ ਵੀ ਆ ਕਲੀਅਰ ਹੈ ਜੋ ਦੱਸਦਾ ਪਿਆ। हाँ जी सर। ਆਪਾਂ ਇਹ ਦੱਸਿਆ ਬੱਚੇ ਕਿ ਜੇ ਮੈਨੂੰ ਨੇ ਇਹ ਕਿਹਾ ਵਾ ਕਿ ਵੀ ਤੁਹਾਡੇ ਕੋਲ 3 ਫ੍ਰੈਗਮੈਂਟ ਦੇ ਵਿੱਚ ਫਾਇਰ ਕਰੈਕਰ ਐਕਸਪਲੋਡ ਕੀਤਾ ਵਾ, 2 ਉਹਦੇ ਵਿੱਚੋਂ ਪਰਪੈਂਡੀਕੂਲਰ ਗਏ, ਉਹ ਕਹਿੰਦਾ ਦੱਸੋ ਤੀਜਾ ਕਿੱਧਰ ਨੂੰ ਹੋਏਗਾ ਤੇ ਕਿੰਨੀ ਵੈਲੋਸਿਟੀ ਨਾਲ ਮੂਵ ਕਰੇਗਾ। ਅਸੀਂ ਉੱਥੇ ਪ੍ਰੋਪਰਟੀ ਲਾਈ ਕਿ ਵੀ ਸਾਨੂੰ ਪਤਾ ਤਿੰਨਾਂ ਦਾ ਮਿਲਾ ਕੇ ਜਿਹੜਾ ਮੋਮੈਂਟਮ ਉਹ 0 ਆ, ਆਪਾਂ ਤਿੰਨਾਂ ਦੀ ਸਮ ਟੋਟਲ ਕੀਤੀ 0 ਕਰ ਲਈ। ਉਹਨਾਂ ਆਪਾਂ ਥਰਡ ਫ੍ਰੈਗਮੈਂਟ ਕੱਢ ਲਿਆ, ਥਰਡ ਜਿਹੜਾ ਪਾਰਟ ਹੈਗਾ ਉਹਦਾ ਮੋਮੈਂਟਮ ਮੇਰੇ ਕੋਲ ਕਾਹਦੇ ਬਰਾਬਰ ਆਇਆ, ਕਹਿੰਦਾ ਜੀ ਪਹਿਲੇ 2 ਦਾ ਮੋਮੈਂਟਮ ਦੀ ਵੈਕਟਰ ਸਮ ਕਰ ਲਓ। ਵੈਕਟਰ ਸਮ ਦਾ ਮਤਲਬ ਆ ਕਿ P1 ਤੇ P2 ਦਾ ਰਿਜ਼ਲਟੈਂਟ ਕੱਢ ਲਓ, ਜਿੱਧਰ ਨੂੰ P1 ਤੇ P2 ਦਾ ਰਿਜ਼ਲਟੈਂਟ ਆ ਤੀਜਾ ਫ੍ਰੈਗਮੈਂਟ ਦੇ ਮੋਮੈਂਟਮ ਉਸ ਰਿਜ਼ਲਟੈਂਟ ਦੇ ਇਕੁਅਲ ਤੇ ਆਪੋਜ਼ਿਟ ਹੋਏਗਾ। ਕਲੀਅਰ ਹੈ ਨੀ ਗੱਲ? यस सर। ਅਸੀਂ P1 ਵੈਕਟਰ ਤੇ P2 ਵੈਕਟਰ ਜੇ ਦਾ ਰਿਜ਼ਲਟੈਂਟ ਕੱਢਣਾ ਤੇ ਰਿਜ਼ਲਟੈਂਟ ਕੱਢਣ ਲਈ ਆਪਾਂ ਪੈਰਲੋਗ੍ਰਾਮ ਲਾਅ ਦਾ ਫਾਰਮੂਲਾ ਲਾ ਲਿਆ, ਰਿਜ਼ਲਟੈਂਟ ਆ ਗਿਆ। ਉਹ ਚ ਅੱਗੇ P1 P2 ਇਕੁਅਲ ਆ, ਆਪਾਂ ਕੰਡੀਸ਼ਨ ਇਦਾਂ ਦੀ ਲਿਖ ਕੇ ਦਿੱਤੀ ਇਸ ਲਈ ਇਕੁਅਲ ਕਰ ਦਿੱਤੇ ਕਿ 2 ਫ੍ਰੈਗਮੈਂਟ ਦੇ ਮਾਸਿਸ ਇਕੁਅਲ ਆ, ਉਹਨਾਂ ਦੀ ਵੈਲੋਸਿਟੀਜ਼ ਇਕੁਅਲ ਆ, ਇਸ ਲਈ ਇਹਨਾਂ ਦੇ ਮੋਮੈਂਟਮ ਇਕੁਅਲ ਆ ਤੇ ਆਪਾਂ ਰਿਜ਼ਲਟੈਂਟ ਮੋਮੈਂਟਮ ਕੱਢ ਲਿਆ ਜਿਹਦੀ ਵੈਲਿਊ ਇੰਨੀ ਬਣੀ। ਕਲੀਅਰ ਆ? यस सर। सर ये रेशो कैसे, ये जो ऊपर रेशो? ਲਾਡੇ ਉਹ ਮੈਨੂੰ ਕੁਝ ਵੀ ਮਾਸਿਸ ਦੇਗਾ, ਉਹ ਕਹਿੰਦਾ ਜੀ 3 ਫ੍ਰੈਗਮੈਂਟ ਆ, 10 ਕਿਲੋ ਦਾ ਟੋਟਲ ਐਕਸਪਲੋਜ਼ਨ ਜਿਹੜਾ ਫਾਇਰ ਕਰੈਕਰ ਸੀਗਾ ਉਹਦਾ ਇੱਕ ਫ੍ਰੈਗਮੈਂਟ 2 ਕਿਲੋ ਦਾ, ਦੂਜਾ 3 ਕਿਲੋ ਦਾ, ਤੀਜਾ 5 ਕਿਲੋ ਦਾ, ਇਹਦਾ ਕਹਿ ਦੂ। ਜਾਂ ਮੰਨ ਲਓ ਮੈਨੂੰ ਉਹਨੇ ਕਿਹਾ ਜੀ ਇੱਕ ਤੁਹਾਡੇ ਕੋਲ ਪਾਰਟੀਕਲ ਗਿਵਨ ਹੈ ਜਿਹਦਾ ਮਾਸ m ਵਾ, m ਮਾਸ ਜਦੋਂ ਐਕਸਪਲੋਡ ਕੀਤਾ ਤੇ 3 ਪਾਰਟ ਉਹਦੇ ਬਣ ਗਏ, ਜਿਹੜੇ 3 ਪਾਰਟ ਬਣੇ ਉਹ ਮੰਨ ਲਓ ਜੀ ਇਸ ਰੇਸ਼ੋ 'ਚ ਬਣੇ ਆ। ਠੀਕ ਹੈ, ਇਹ ਆਪਾਂ ਆਪਣੇ ਕੋਲੋਂ ਰੇਸ਼ੋ ਸਿਰਫ ਅਸਿਊਮ ਕੀਤੀ ਕਿ ਵੀ ਮੰਨ ਲਓ ਇਦਾਂ ਦਿੱਤਾ ਹੋਵੇ ਕਿ ਵੀ 3 ਫ੍ਰੈਗਮੈਂਟ ਜਿਹੜੇ ਆ ਉਹ 2:3:5 ਦੀ ਰੇਸ਼ੋ 'ਚ ਡਿਵਾਈਡ ਹੋ ਗਏ, 1:1:3 ਦੀ ਰੇਸ਼ੋ 'ਚ ਡਿਵਾਈਡ ਹੋ ਗਏ, ਉਹ ਤਾਂ ਕੁਝ ਵੀ ਰੇਸ਼ੋ ਆਪਾਂ ਨੂੰ ਦੱਸ ਦੇਗਾ। ओके सर। यस सर। ਉਹਦੇ ਨਾਲ ਫਿਰ ਅਸੀਂ ਐਸਐਚ ਇਹ ਕੀਤਾ ਕਿ ਵੀ ਇੱਥੇ ਜਿਹੜਾ ਵਾ ਥਰਡ ਪਾਰਟੀਕਲ ਦਾ ਜਿਹੜਾ ਮੋਮੈਂਟਮ ਆ ਸੀਗਾ ਜੀ ਇਸ P ਦੇ ਇਕੁਅਲ ਆ ਪਰ ਇਹਦੇ ਤੋਂ ਆਪੋਜ਼ਿਟ ਆ, P ਦੀ ਵੈਲਿਊ ਤੇ ਪੁੱਟ ਅਪ ਕਰ ਲਈ। ਜਦੋਂ ਦੋਨੋਂ ਪਾਸੇ ਇਕੁਏਟ ਕਰ ਲਿਆ, ਠੀਕ ਆ, ਮੋਮੈਂਟਮ ਵੀ ਨਿਕਲ ਆਇਆ। ਜੇ ਇਕੱਲਾ ਮੋਮੈਂਟਮ ਕੱਢਣਾ ਸੀ ਤੇ ਇੱਥੇ ਖਤਮ ਹੋ ਗਿਆ ਸੀ ਕਿ ਜਿੰਨਾ ਆ P ਸੀਗਾ ਇਹੀ ਤੁਹਾਡਾ P3 ਆ, ਡਾਇਰੈਕਸ਼ਨ ਵਾਈਜ਼ ਆਪੋਜ਼ਿਟ ਆ। ਪਰ ਜੇ ਅੱਗੇ ਮੈਨੂੰ ਉਹਨੇ ਥਰਡ ਫ੍ਰੈਗਮੈਂਟ ਦੀ ਵੈਲੋਸਿਟੀ ਵੀ ਪੁੱਛੀ ਹੈ ਕਿ ਇਹਦੀ ਕਿੰਨੀ ਵੈਲੋਸਿਟੀ ਆ, ਉਹਦੇ ਲਈ ਫਿਰ ਮੈਂ ਇਹ ਕਿਹਾ ਕਿ ਤੁਸੀਂ ਮੋਮੈਂਟਮ ਨੂੰ ਮਾਸ ਇਨਟੂ ਵੈਲੋਸਿਟੀ ਲਿਖ ਲਿਆ, ਇਧਰ P ਦੀ ਥਾਂ ਤੇ ਉਹਦੀ ਵੈਲਿਊ ਭਰ ਲਈ। ਇਹਨੂੰ ਸੋਲਵ ਕਰਾਂ ਤੇ ਥਰਡ ਫ੍ਰੈਗਮੈਂਟ ਦੀ ਅਸੀਂ ਵੈਲੋਸਿਟੀ ਵੀ ਕੱਢ ਸਕਦੇ ਹਾਂ। ਕਲੀਅਰ ਆ? यस सर। Yes, sir. ਤਾਂ ਜੇ ਹੈ ਡਾਊਟ ਕਿਸੇ ਨੂੰ ਤਾਂ ਬੋਲੋ ਬੇਟਾ ਜਲਦੀ ਜਲਦੀ। No, sir. ਚਲ ਨੈਕਸਟ ਉਹਨੇ ਲਾਸਟ ਐਪਲੀਕੇਸ਼ਨ ਇਹ ਦਿੱਤੀ ਸੀ ਤੁਹਾਡੇ ਕੋਲ, ਉਹਨੇ ਕਿਹਾ ਕਿ ਵੀ when a man want to come out of a room, ਠੀਕ ਹੈ, ਕਹਿੰਦਾ ਜੀ and the person is present in a frictionless ਕਹਿੰਦਾ ਜੀ surface, ਜਿਹੜੇ ਰੂਮ 'ਚ ਤੁਸੀਂ ਹੈਗੇ ਹੋ ਉਹ ਫ੍ਰਿਕਸ਼ਨਲੈਸ ਆ ਬੇਟਾ, ਉੱਤੇ ਕੋਈ ਫ੍ਰਿਕਸ਼ਨ ਹੈ ਹੀ ਨਹੀਂ। ਠੀਕ ਹੈ, ਤੁਸੀਂ ਉਸ ਰੂਮ ਤੋਂ ਬਾਹਰ ਆਣਾ ਕਿੱਦਾਂ ਕਹਿੰਦਾ ਜੀ ਬਾਹਰ ਆ ਸਕਦੇ। ਮੈਂ ਪਹਿਲਾਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ, ਉਹਦਾ ਜਵਾਬ ਦਿਓ। ਆਪਾਂ ਇੱਕ ਸਿਮਟਡ ਫਲੋਰ ਤੇ ਚੱਲਦੇ ਹੋਈਏ, ਇੱਕ ਇੱਟਾਂ ਵਾਲੇ ਫਲੋਰ ਤੇ ਚੱਲਦੇ ਹੋਈਏ, ਇੱਕ ਮਾਰਬਲ ਤੇ ਚੱਲਦੇ ਹੋਈਏ, ਇੱਕ ਮਾਰਬਲ ਵਾਲੇ ਫਲੋਰ ਤੇ ਮੈਂ ਤੇਲ ਡੋਲ ਦਵਾਂ ਉਹ ਤੇ ਚੱਲਦੇ ਹੋਈਏ, ਸਭ ਤੋਂ ਔਖਾ ਕਿੱਥੇ ਚੱਲਣਾ? तेल वाले ते मार्बल ते तेल ਤੇਲ ਵਾਲੇ ਦੇ ਉੱਤੇ, ਹੈ ਨਾ। ਜਿੱਥੇ ਮਾਰਬਲ ਦੇ ਉੱਤੇ ਆਪਾਂ ਤੇਲ ਡੋਲੇ ਸਭ ਤੋਂ ਚੱਲਣਾ ਉੱਤੇ ਔਖਾ ਵਾ। ਕਿਉਂ ਔਖਾ ਵਾ? क्योंकि सर वो फ्रिक्शन घट कर देंगे तेल। ਯਾਨੀ ਉਹਦੇ ਉੱਤੇ ਫ੍ਰਿਕਸ਼ਨ ਜਿਹੜੀ ਉਹ ਖਤਮ ਕਰ ਦਿੱਤੀ। ਦੂਜੇ ਪਾਸੇ ਆ ਜਾਓ, ਹੁਣ ਇੱਟਾਂ ਵਾਲਾ ਇੱਕ ਫਰਸ਼ ਆ ਤੇ ਦੂਜਾ ਮੇਰੇ ਕੋਲ ਇਹੀ ਮਾਰਬਲ ਆ ਗਿਆ ਜਿੱਤੇ ਤੇਲ ਡੁੱਲਿਆ ਹੋਇਆ, ਮੈਂ ਨਾ ਉੱਤੇ ਲੰਮਾ ਪੈ ਗਿਆ। ਠੀਕ ਹੈ, ਤੇ ਮੈਂ ਉੱਥੋਂ ਬਾਹਰ ਨਿਕਲਣਾ ਚਾਹਨਾ, ਠੀਕ ਹੈ, ਮੈਂ ਈਜ਼ੀਲੀ ਕਿੱਥੋਂ ਬਾਹਰ ਨਿਕਲ ਸਕੂੰਗਾ? सर मार्बल वाले तो साइड करके तेल दिखता है ਮਾਰਬਲ ਵਾਲੇ ਤੋਂ ਨਾ। ਕਿਉਂ? सर उत्ते फ्रिक्शन घट है ते ਉੱਤੇ ਫ੍ਰਿਕਸ਼ਨ ਘੱਟ ਆ ਤੇ ਮੈਨੂੰ ਬਾਹਰ ਨਿਕਲਣ ਲਈ ਜ਼ੋਰ ਘੱਟ ਲੱਗਣਾ, ਇਹੀ ਹੋਊਗਾ ਨਾ। यस ਹਾਂਜੀ ਸਰ। ਉਹਨੇ ਇਸ ਕੁਐਸਚਨ 'ਚ ਵੀ ਇਹੀ ਕਿਹਾ ਵਾ। ਉਹ ਕਹਿੰਦਾ ਜੀ ਜੇ ਤੁਸੀਂ ਉਸ ਰੂਮ ਚੋਂ ਬਾਹਰ ਨਿਕਲਣਾ ਚਾਹੁੰਦੇ ਜਾਂ ਮੰਨ ਲਓ ਕਿਸੇ ਜਗ੍ਹਾ ਤੋਂ ਬਾਹਰ ਨਿਕਲਣਾ ਚਾਹੁੰਦੇ ਜਿੱਥੇ ਫ੍ਰਿਕਸ਼ਨਲੈਸ ਸਰਫੇਸ ਆ, ਯਾਨੀ ਤੁਸੀਂ ਕਿਸੇ ਇੱਕ ਫ੍ਰਿਕਸ਼ਨਲੈਸ ਸਰਫੇਸ ਤੇ ਬੈਠੇ ਹੋ, ਕਹਿੰਦਾ ਹਾਊ ਦਾ ਪਰਸਨ ਵਿਲ ਕਮ ਆਊਟ। ਉਹ ਕਹਿੰਦਾ ਜੀ ਜਸਟ ਬਲੋ ਦਾ 에ਅਰ ਔਰ ਜਸਟ ਕਹਿੰਦਾ ਥਰੋ ਏ ਸਟੋਨ ਇਨ ਅ ਡਾਇਰੈਕਸ਼ਨ ਆਪੋਜ਼ਿਟ ਟੂ ਦਾ ਡਾਇਰੈਕਸ਼ਨ ਆਫ ਮੋਸ਼ਨ। ਜਿੱਧਰਲੇ ਪਾਸੇ ਤੁਸੀਂ ਨਿਕਲਣਾ ਵਾ, ਹਨਾ, ਜਿੱਧਰਲੇ ਪਾਸੇ ਤੁਸੀਂ ਜਾਣਾ, ਮੰਨ ਲਓ ਮੈਂ ਇੱਥੇ ਬੈਠਾ ਤੇ ਮੈਂ ਪਿੱਛੇ ਨੂੰ ਜਾਣਾ ਤੇ ਮੈਂ ਆਪਣੇ ਅਗਲੀ ਡਾਇਰੈਕਸ਼ਨ 'ਚ ਇੱਕ ਸਟੋਨ ਥਰੋ ਕਰਾਂਗਾ।
ਉਹ ਇੱਕ ਤਰ੍ਹਾਂ ਮੈਂ ਕੀ ਕਰਦਾ ਪਿਆ, ਮੈਂ ਐਸ ਸੱਚ 에ਅਰ ਤੇ ਐਕਸ਼ਨ ਕੀਤਾ, ਤੇ ਜਦੋਂ ਮੈਂ 에ਅਰ ਤੇ ਐਕਸ਼ਨ ਕੀਤਾ, 에ਅਰ ਮੈਨੂੰ ਕੀ ਦੇਗੀ? रिपल्शन ਰਿਐਕਸ਼ਨਲ ਫੋਰਸ ਦੇਗੀ ਨਾ, ਤੇ ਰਿਪਲਸ਼ਨ ਤਾਂ ਨਹੀਂ ਕਹਿੰਦੇ, 에ਅਰ ਮੈਨੂੰ ਰਿਐਕਸ਼ਨਲ ਫੋਰਸ ਦੇਗੀ। 에ਅਰ ਨੇ ਜਿਹੜੀ ਮੇਰੇ ਤੇ ਰਿਐਕਸ਼ਨਲ ਫੋਰਸ ਬੈਕਵਰਡ ਡਾਇਰੈਕਸ਼ਨ ਚਲਾਈ ਹੈ ਨਾ, ਉਹ ਕਹਿੰਦਾ ਜੀ ਇਟ ਇਜ਼ ਜਸਟ ਸਫੀਸ਼ੀਐਂਟ ਟੂ ਕਮ ਆਊਟ ਆਫ ਦਾ ਰੂਮ। ਕਿਉਂ? ਕਿਉਂਕਿ ਸਾਡਾ ਸਾਰਾ ਹੀ ਜ਼ੋਰ ਜਿਹੜਾ ਵਾ ਉਹ ਲੱਗਦਾ ਫ੍ਰਿਕਸ਼ਨ ਦੇ ਅਗੇਂਸਟ। ਜਦੋਂ ਅਸੀਂ ਕਿਤੋਂ ਤੁਰਦੇ ਆ, ਸਾਡਾ ਤੁਰਨਾ ਪੋਸੀਬਲ ਫ੍ਰਿਕਸ਼ਨ ਕਰਕੇ ਆ, ਠੀਕ ਹੈ। ਦੂਜੇ ਪਾਸੇ ਚੱਲਾਂ ਤੇ ਸਾਡਾ ਜੇ ਐਸ ਚ ਕਿਸੇ ਸਰਫੇਸ ਤੇ ਫ੍ਰਿਕਸ਼ਨ ਨਹੀਂ ਹੋਊਗੀ, ਠੀਕ ਹੈ, ਤੇ ਸਾਡਾ ਤੁਰਨਾ ਪੋਸੀਬਲ ਨਹੀਂ ਹੋ ਪਾ ਰਿਹਾ। ਇਹਦਾ ਮਤਲਬ ਆ ਕਿ ਵੀ ਜਦੋਂ ਤੁਸੀਂ ਫ੍ਰਿਕਸ਼ਨਲੈਸ ਸਰਫੇਸ ਤੇ ਬੈਠੇ ਹੋ ਤੇ ਉਦੋਂ ਤੁਸੀਂ ਜਸਟ ਥੋੜਾ ਜਿਹਾ ਵੀ ਕੋਈ ਐਕਸ਼ਨ ਕਰਦੇ ਹੋ ਕਿਸੇ ਇੱਕ ਡਾਇਰੈਕਸ਼ਨ ਦੇ ਅੰਦਰ, ਉਹਦੀ ਰਿਐਕਸ਼ਨਲ ਫੋਰਸ ਜਿਹੜੀ ਆ ਉਹ ਤੁਹਾਡੀ ਬਾਡੀ ਨੂੰ ਇੰਨਾ ਕੁ ਮੋਮੈਂਟਮ ਦੇ ਦੇਗੀ ਕਿ that person will come out of the ਕਹਿੰਦਾ ਜੀ frictionless surface। ਸੋ ਉਹਨੇ ਉੱਤੇ ਇਹ ਲਿਖਿਆ ਵਾ ਕਿ when a person want to come out of a frictionless surface, the person just throw a stone in a direction opposite to the direction of motion। ਤੇ ਉਹਦਾ ਮਤਲਬ ਇਹ ਹੋਏਗਾ ਕਿ ਉਹਨੇ ਜਿੰਨਾ ਫਾਰਵਰਡ 'ਚ ਐਕਸ਼ਨ ਕੀਤਾ, ਯਾਨੀ ਜਿੰਨਾ ਉਹਨੇ ਫਾਰਵਰਡ 'ਚ ਮੋਮੈਂਟਮ ਦਿੱਤਾ, ਠੀਕ ਹੈ, 에ਅਰ ਨੂੰ, ਉਨਾ ਹੀ ਮੋਮੈਂਟਮ 에ਅਰ ਉਹਨੂੰ ਬੈਕਵਰਡ ਦੇਗੀ, ਤੇ ਜਿੰਨਾ ਉਹਨੂੰ ਬੈਕਵਰਡ ਮੋਮੈਂਟਮ ਮਿਲਿਆ ਉਹ ਸਫੀਸ਼ੀਐਂਟ ਆ ਉਸ ਪਰਸਨ ਨੂੰ ਉਸ ਫ੍ਰਿਕਸ਼ਨਲੈਸ ਸਰਫੇਸ ਤੋਂ ਬਾਹਰ ਨਿਕਲਣ ਵਾਸਤੇ। ਕਲੀਅਰ ਹੈ ਨੀ ਗੱਲ? यस सर Yes, sir. सर ये तो Yes, sir. बुक में ये भी है कि blowing air out of his mouth। ਬੇਟਾ ਮੈਂ ਕਹਿ ਤੇ ਰਿਹਾ ਪੁੱਤ, ਤੁਸੀਂ 에ਅਰ ਬਲੋ ਕਰਦੇ ਹੋ, ਅਸੀਂ ਤਾਂ ਵੀ ਉਹੀ ਮਤਲਬ ਲੈਂਦੇ। ਜਦੋਂ ਮੈਂ 에ਅਰ ਬਲੋ ਕਰਾਂਗਾ, ਇਹਦਾ ਮਤਲਬ ਮੈਂ 에ਅਰ ਤੇ ਐਕਸ਼ਨ ਕੀਤਾ ਤੇ 에ਅਰ ਮੈਨੂੰ ਰਿਐਕਸ਼ਨਲ ਫੋਰਸ ਦਿੰਦੀ ਆ। ਉਹ ਕਹਿੰਦਾ ਰਿਐਕਸ਼ਨਲ ਫੋਰਸ ਬਹੁਤੀ ਚਾਹੀਦੀ ਨਹੀਂ, ਕਿਉਂਕਿ ਫ੍ਰਿਕਸ਼ਨ ਦੇ ਅਗੇਂਸਟ ਤਾਂ ਵਰਕ ਹੀ ਨਹੀਂ ਹੋਣਾ ਕੋਈ। ਜੇ ਫ੍ਰਿਕਸ਼ਨ ਦੇ ਅਗੇਂਸਟ ਵਰਕ ਕਰਨਾ ਪਵੇ ਫਿਰ ਮੇਰਾ ਜ਼ੋਰ ਲੱਗਣਾ। ਇਸ ਲਈ ਉਹ ਕਹਿੰਦਾ ਉਹਨੇ ਇੱਕ ਸਿੰਪਲੈਸਟ ਵੇ ਇਹ ਦੱਸ ਦਿੱਤਾ ਕਿ ਜਦੋਂ ਤੁਸੀਂ 에ਅਰ ਬਲੋ ਕੀਤੀ, ਇਹਦਾ ਮਤਲਬ ਤੁਸੀਂ 에ਅਰ ਤੇ ਐਕਸ਼ਨ ਕੀਤਾ, ਆ ਫੂਕ ਮਾਰੀ ਆ, ਇਹ ਮਤਲਬ ਮੈਂ 에ਅਰ ਤੇ 에ਅਰ ਦੇ ਮੋਲੀਕਿਊਲ ਤੇ ਫੋਰਸ ਲਾਈ ਆ, ਤੇ ਜਦੋਂ ਮੈਂ 에ਅਰ ਦੇ ਮੋਲੀਕਿਊਲ ਤੇ ਫੋਰਸ ਲਾਈ, ਉਹ ਮੈਂ ਐਕਸ਼ਨ ਕੀਤਾ, 에ਅਰ ਦੇ ਮੋਲੀਕਿਊਲ ਮੈਨੂੰ ਇਨ ਟਰਨ ਰਿਐਕਸ਼ਨਲ ਫੋਰਸ ਦਊਗੇ। यस सर। सर पर वो थोड़ा सा नहीं होगा? ਬੱਚੇ ਦੱਸਦਾ ਤੇ ਪਿਆ, ਥੋੜਾ ਜਿਹਾ ਆਪਾਂ ਕਿਉਂ ਨਹੀਂ ਲੈਂਦੇ ਪਏ, ਕਿਉਂਕਿ ਜਿੰਨਾ ਕਿ ਜ਼ੋਰ ਲੱਗਣਾ ਹੈ ਨਾ, ਉਹ ਕਿੱਥੇ ਲੱਗਦਾ। ਮੈਂ ਤੁਹਾਨੂੰ ਇਸੇ ਲਈ ਇੱਕ ਐਗਜ਼ਾਮਪਲ ਪਹਿਲਾਂ ਦਿੱਤੀ ਕਿ ਤੁਸੀਂ ਮੰਨ ਲਓ ਇੱਕ ਇੱਟਾਂ ਵਾਲੇ ਫਰਸ਼ ਤੇ ਬੈਠੇ ਹੋ, ਤੇ ਦੂਜੇ ਪਾਸੇ ਤੁਸੀਂ ਇੱਕ ਮਾਰਬਲ ਜਿੱਤੇ ਪੂਰਾ ਤੇਲ ਡੁੱਲਿਆ ਉੱਤੇ ਬੈਠੇ ਹੋ, ਤੁਸੀਂ ਮਾੜਾ ਜਿਹੇ ਹੱਥ ਜਿਹੜੇ ਨੇ ਉਹ ਐਂ ਕਰਕੇ ਅੱਗੇ ਨੂੰ ਜਾਂ ਪਿੱਛੇ ਨੂੰ ਕਿਤੇ ਪਾਸੇ ਨੂੰ ਮਾਰੋ, ਤੇ ਤੁਸੀਂ ਆਰਾਮ ਨਾਲ ਉੱਥੋਂ ਸਲਾਈਡ ਕਰ ਜਾਓਗੇ। यस सर। ਜਦ ਕਿ ਉਦੋਂ ਸਾਡਾ ਭਾਰ ਬਹੁਤ ਆ। ਉਹੀ ਬੰਦਾ ਜਦੋਂ ਇੱਟਾਂ ਵਾਲੇ ਫਰਸ਼ ਤੇ ਬੈਠਾ, ਉੱਥੇ ਮੈਂ ਅੱਗੇ ਪਿੱਛੇ ਹੱਥ ਮਾਰ ਕੇ ਦੇਖ ਲਏ, ਮੈਂ ਹਿੱਲਿਆ ਵੀ ਨਹੀਂ। ਕਿਉਂ ਨਹੀਂ ਹਿੱਲਿਆ? ਬੰਦਾ ਤਾਂ ਉਹੀ ਆ। ਫਰਕ ਕਿਸ ਚੀਜ਼ ਦਾ ਪਿਆ ਕਿ ਵੀ ਜਿਹੜੀ ਸਰਫੇਸ ਦੇ ਨਾਲ ਤੁਸੀਂ ਅਟੈਚ ਹੋ, ਉਹਨੇ ਤੁਹਾਨੂੰ ਫ੍ਰਿਕਸ਼ਨਲ ਫੋਰਸ ਨਾਲ ਕਿੰਨਾ ਕੁ ਗ੍ਰਿਪ ਕੀਤਾ ਹੋਇਆ, ਠੀਕ ਹੈ ਨਾ। ਇੱਟਾਂ ਵਾਲੇ ਫਰਸ਼ ਤੇ ਗ੍ਰਿਪਿੰਗ ਪੂਰੀ ਆ, ਉਹ ਮੈਨੂੰ ਹਿੱਲਣ ਨਹੀਂ ਦਿੰਦਾ, ਠੀਕ ਹੈ ਜੀ। ਤੇ ਜਦ ਕਿ ਜਿਹੜਾ ਮਾਰਬਲ ਵਾਲਾ ਜਿੱਤੇ ਤੇਲ ਡੁੱਲਿਆ ਸੀ ਕਹਿੰਦੇ, ਉੱਥੇ ਗ੍ਰਿਪਿੰਗ ਘਟ ਗਈ, ਯਾਨੀ ਫ੍ਰਿਕਸ਼ਨ ਘਟ ਗਈ, ਬੰਦਾ ਈਜ਼ੀਲੀ ਸਲਾਈਡ ਕਰ ਜਾਏਗਾ। ਕਲੀਅਰ ਆ? यस सर। ਚਲ ਤੁਹਾਡਾ ਲਾਸਟ ਟਾਪਿਕ ਜੀ ਇਸ ਚੈਪਟਰ ਦਾ ਉਹ ਹੈਗਾ ਇਕੁਇਲਿਬਰੀਅਮ ਆਫ ਕਨਕਰੈਂਟ ਫੋਰਸਿਸ। ਇੱਕ ਟਾਪਿਕ ਉਸ ਤੋਂ ਪਹਿਲਾਂ ਦਿੱਤਾ, ਸਿਸਟਮ ਵਿਦ ਵੇਰੀਏਬਲ ਮਾਸ, ਰਾਕਟ ਪ੍ਰਪਲਸ਼ਨ। ਇਹ ਆਪਣੇ ਸਿਲੇਬਸ ਦੇ ਵਿੱਚ ਹੈ ਨਹੀਂ। ਇਨ ਕੇਸ ਕਿਸੇ ਨੂੰ ਸਕੂਲ ਕਿਸੇ ਚ ਕਰਾ ਦੇਣ ਤਾਂ ਮੈਨੂੰ ਦੱਸ ਦਿਓ, ਫਿਰ ਮੈਂ ਟਾਪਿਕ ਕਰਾਉਂਗਾ। ਅਦਰਵਾਈਜ਼ ਇਹਦੀ ਡੈਰੀਵੇਸ਼ਨ ਆਪਾਂ ਨੂੰ ਨਹੀਂ ਹੈਗੀ ਚਾਹੀਦੀ ਕਿਤੇ ਵੀ। ਇਹਦਾ ਰਿਜ਼ਲਟ ਜਿਹੜਾ ਵਾ, ਠੀਕ ਹੈ, ਉਹ ਆਪਾਂ ਡਿਸਕਸ ਕਰ ਲੈਣਾ ਨੂਮੈਰੀਕਲ ਵੇਲੇ, ਠੀਕ ਹੈ, ਉਹਦੀ ਆਪਾਂ ਨੂੰ ਲੋੜ ਹੋਏਗੀ। ਕਲੀਅਰ ਹੈ ਜੀ? यस सर Yes, sir. ਜਸਟ ਇੱਕ ਦੋ ਐਗਜ਼ਾਮਪਲ ਵੇਰੀਏਬਲ ਮਾਸ ਦੀਆਂ, ਠੀਕ ਆ। ਵੇਰੀਏਬਲ ਮਾਸ ਸਿਸਟਮ ਕਿਹਨੂੰ ਕਹਿੰਦੇ ਆਪਾਂ? ਉਹ ਕਹਿੰਦਾ ਪੁੱਤ ਜਿੱਦਾਂ ਮੰਨ ਲਓ ਤੁਸੀਂ ਇੱਕ ਬੈਲੂਨ ਲਿੱਤਾ, ਠੀਕ ਹੈ, ਬੈਲੂਨ ਦੇ ਅੰਦਰ ਤੁਸੀਂ 에ਅਰ ਫਿਲ ਕੀਤੀ ਹੋਈ ਆ, ਮੈਂ ਹਲਕੀ ਜੀ ਉਹਦਾ ਮੈਂ ਮਾਸ ਤੋਲ ਲਿਆ ਬੈਲੂਨ ਦਾ, ਮੰਨ ਲਓ 10 ਗ੍ਰਾਮ ਉਹਦਾ ਮਾਸ ਨਿਕਲਿਆ ਵਿਦ 에ਅਰ, ਠੀਕ ਹੈ। ਮੈਂ ਉਹਦੇ ਚ ਹਲਕੀ ਜੀ ਨੀਡਲ ਜਿਹੜੀ ਆ ਉਹ ਪ੍ਰਿਕ ਕੀਤੀ, ਲੈਟ ਵੀ ਸੇ ਕਿ ਉਹ ਚੋਂ ਹੌਲੀ 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 에ਅਰ ਬਾਹਰ ਆ ਰਹੀ ਆ, ਤੇ ਇਹਦਾ ਮਤਲਬ ਕੰਟੀਨਿਊਸਲੀ ਉਸ ਬੈਲੂਨ ਦਾ ਮਾਸ ਜਿਹੜਾ ਹੋਏਗਾ ਉਹ ਡਿਕਰੀਜ਼ ਕਰਦਾ ਜਾਊਗਾ ਵਿਦ ਟਾਈਮ। Yes, sir. ਠੀਕ ਆ। ਅਸੀਂ ਕਹਿੰਦੇ ਇਹਦਾ ਮਤਲਬ ਆ ਕਿ ਉਹ ਵੇਰੀਏਬਲ ਮਾਸ ਸਿਸਟਮ ਆ, ਠੀਕ ਹੈ। ਮੈਂ ਇੱਥੇ ਹੁਣੇ ਲਿਖ ਕੇ ਕੁਝ ਦੱਸਾਂਗਾ, ਉਹਦਾ ਫਾਰਮੂਲਾ ਉਹ ਵੀ ਦਿਮਾਗ 'ਚ ਰੱਖਿਓ, ਠੀਕ ਹੈ। ਇਹਦੀ ਦੂਜੀ ਐਗਜ਼ਾਮਪਲ ਲੈਨੇ, ਮੰਨ ਲਓ ਤੁਸੀਂ ਕਾਰ ਦੀ ਟੈਂਕੀ ਫੁੱਲ ਕਰਾਈ ਆ, ਠੀਕ ਹੈ ਜੀ, ਉਹ 'ਚ 30 ਲੀਟਰ ਪੈਟਰੋਲ ਪੈ ਗਿਆ। ਇਹ ਮੰਨ ਲਓ ਆਪਾਂ ਕਹਿੰਦੇ 30 ਕਿਲੋਗ੍ਰਾਮ ਉਹਦਾ weight ਵੱਧ ਗਿਆ। ਹੁਣ ਜਿੱਦਾਂ ਜਿੱਦਾਂ ਕਾਰ ਤੁਹਾਡੀ ਭੱਜਦੀ ਜਾ ਰਹੀ ਹੈ, ਰਨ ਕਰ ਰਹੀ ਆ, ਤੇ ਕੰਟੀਨਿਊਸਲੀ ਫਿਊਲ ਉਹਦਾ ਕੰਜ਼ਿਊਮ ਹੁੰਦਾ ਜਾ ਰਿਹਾ।
Yes, sir. Yes, sir. ਓਏ ਹੈਗੇ ਬਾਕੀ ਜਾਣੇ ਕਿ ਗਏ? Yes, sir. Yes, sir. जितना है सर ਇਹਦਾ Yes. ਮਤਲਬ ਹੈਗੇ sir. ਜਿੱਦਾਂ ਉਹਦੇ ਵਿੱਚੋਂ ਕਾਰ ਫਿਊਲ ਕੰਜ਼ਿਊਮ ਹੁੰਦਾ ਜਾਏਗਾ, ਇਹਦਾ ਮਤਲਬ ਸਿਸਟਮ ਦਾ ਯਾਨੀ ਕਾਰ ਦਾ ਮਾਸ ਓਵਰਆਲ ਜਿਹੜਾ ਵਾ ਵਿਦ ਫਿਊਲ ਉਹ ਡਿਕਰੀਜ਼ ਕਰਦਾ ਜਾਊ। Yes, sir. ਇਹਨੂੰ ਅਸੀਂ ਵੇਰੀਏਬਲ ਮਾਸ ਸਿਸਟਮ ਕਹਿੰਦੇ Yes, sir. ਇਸ ਨੂੰ ਅਸੀਂ ਵੇਰੀਏਬਲ ਮਾਸ ਸਿਸਟਮ ਕਹਿੰਦੇ। ਇਹਦੇ ਅਸੀਂ ਰਾਕਟ ਵਾਲਾ ਕੇਸ ਲੈ ਲੈਨੇ। ਸ਼ੁਰੂ ਚ ਅਸੀਂ ਰਾਕਟ ਜਦੋਂ ਉੱਪਰ ਸੈਂਡ ਕਰਨ ਲੱਗਦੇ ਅਸੀਂ ਕਹਿੰਦੇ ਉਹਦਾ ਪੂਰਾ ਫਿਊਲ ਚੈਂਬਰ ਆ ਵੱਡੇ ਵੱਡੇ, ਠੀਕ ਆ। ਹੁਣ ਜਿੱਦਾਂ ਜਿੱਦਾਂ ਰਾਕਟ ਫਿਊਲ ਬਰਨ ਕਰਦਾ ਜਾ ਰਿਹਾ ਕੰਟੀਨਿਊਸਲੀ ਇਟਸ ਮਾਸ ਵਿਲ ਗੋਇੰਗ ਔਨ ਡਿਕਰੀਜ਼ਿੰਗ। Yes, sir. Yes, sir. ਇਹ ਮੇਰਾ ਵੇਰੀਏਬਲ ਮਾਸ ਸਿਸਟਮ ਆ, ਠੀਕ ਹੈ। ਇਦਾਂ ਦੀਆਂ ਜਿੰਨੀਆਂ ਮਰਜ਼ੀ ਐਗਜ਼ਾਮਪਲ ਹੋਰ ਲੈ ਲਓ, ਐਗਜ਼ਾਮਪਲ ਲੈ ਸਕਦੇ ਹੋ। ਮੰਨ ਲਓ ਤੁਸੀਂ ਇੱਕ ਸੈਂਡ ਦਾ ਬੈਗ ਭਰ ਲਿਆ, ਉਹ ਚ ਨਿੱਕਾ ਜਿਹਾ ਛੇਕ ਕਰ ਦਿੱਤਾ, ਕੰਟੀਨਿਊਸਲੀ ਉਹਦੇ ਚੋਂ ਸੈਂਡ ਜਿਹੜੀ ਡਿੱਗਦੀ ਜਾ ਰਹੀ ਆ, ਇਟ ਮੀਨਸ ਮਾਸ ਆਫ ਦਾ ਬੈਗ that continuously going on decreasing। Yes, sir. ਤੇ ਇਹਨਾਂ ਸਾਰੇ ਕੇਸਿਸ ਦੇ ਅੰਦਰ ਜੇ ਅਸੀਂ ਗੱਲ ਕਰੀਏ ਇੱਥੇ ਫੋਰਸ ਦਾ ਫਾਰਮੂਲੇ ਦੀ ਗੱਲ ਆਏਗੀ, ਠੀਕ ਹੈ। ਇੱਥੇ ਲਿਖ ਰਿਹਾ ਨਾਰਮਲੀ ਨਿਊਟਨ ਸੈਕੰਡ ਲਾਅ ਦੇ ਅਕੋਰਡਿੰਗਲੀ ਫੋਰਸ ਦਾ ਕੀ ਫਾਰਮੂਲਾ ਹੁੰਦਾ? Mass into acceleration. ਮਾਸ ਇਨਟੂ ਐਕਸਲਰੇਸ਼ਨ। ਉਸ ਤੋਂ ਇਲਾਵਾ ਦੂਜਾ ਫਾਰਮੂਲਾ P divided by T. ਕਿਆ ਇੱਕ ਨਿਆਣੇ ਨੇ ਠੇਕਾ ਲਿੱਤਾ ਬੋਲਣ ਦਾ, ਬਾਕੀ ਹੈ ਨਹੀਂ? ਬੋਲੋ ਬਾਕੀ ਜਣੇ। ਫੋਰਸ ਦਾ ਫਾਰਮੂਲਾ ਮੋਮੈਂਟਮ ਦੀ ਫਾਰਮ ਚ ਕੀ ਆ? dp by dt। dp by dt। ਤੇ ਜੇ dp by dt ਆ, ਇਹ ਚ p ਕੀ ਚੀਜ਼ ਆ ਮੇਰੀ? Momentum. Change in momentum. ਮੋਮੈਂਟਮ। d by dt of mv ਲਿਖ ਦੇਣਾ, ਠੀਕ ਆ। ਇਹ ਚ m ਕੀ ਚੀਜ਼ ਆ? Mass. Mass. ਮਾਸ। ਤੇ v ਆ ਗਈ ਵੈਲੋਸਿਟੀ। ਨਾਰਮਲੀ ਅਸੀਂ ਜਦੋਂ ਵੀ ਇੱਥੇ ਪੜ੍ਹਦੇ ਸੀਗੇ ਨਾ ਜੀ, ਫੋਰਸ ਕੀ ਆਈ? ਰੇਟ ਆਫ ਚੇਂਜ ਆਫ ਮੋਮੈਂਟਮ। ਤੇ ਰੇਟ ਆਫ ਚੇਂਜ ਆਫ ਮੋਮੈਂਟਮ ਚ ਅਸੀਂ ਕਹਿੰਦੇ ਕਿ ਮਾਸ ਆਫ ਦਾ ਬੋਡੀ, ਠੀਕ ਹੈ, ਆ ਪਾਰਟੀਕਲ ਹੋ ਗਿਆ, ਇਹਦਾ ਮਾਸ ਕਾਂਸਟੈਂਟ ਹੈ ਜੀ, ਵੈਲੋਸਿਟੀ ਚੇਂਜ ਹੋ ਰਹੀ ਆ, ਇਸ ਲਈ ਮੋਮੈਂਟਮ ਚੇਂਜ ਹੋ ਰਿਹਾ। ਹੁਣ ਇੱਥੇ ਅਸੀਂ ਰਿਵਰਸ ਲੈਣ ਲੱਗੇ। ਜੇ ਮੰਨ ਲਓ ਕਿਸੇ ਸੈਂਡ ਦਾ ਬੈਗ ਆ, ਉਹਦੇ ਚੋਂ ਇੱਕ ਮੇਰੇ ਕੋਲ ਜਿਹੜੀ ਸੈਂਡ ਆ 1 ਗ੍ਰਾਮ ਪਰ ਸੈਕਿੰਡ ਦੇ ਹਿਸਾਬ ਨਾਲ ਉਹਦੇ ਚੋਂ ਸੈਂਡ ਬਾਹਰ ਆ ਰਹੀ ਆ। ਇਹਦਾ ਮਤਲਬ ਇਹ ਹੋ ਗਿਆ ਕਿ ਇੱਕ ਕਾਂਸਟੈਂਟ ਵੈਲੋਸਿਟੀ ਨਾਲ ਸੈਂਡ ਬਾਹਰ ਆ ਰਹੀ ਆ, ਪਰ ਮਾਸ ਆਫ ਦਾ ਸੈਂਡ ਇਨ ਦਾ ਬੈਗ ਕੰਟੀਨਿਊਸਲੀ ਗੋਇੰਗ ਔਨ ਡਿਕਰੀਜ਼ਿੰਗ। ਯਾਨੀ ਜੇ ਮਾਸ ਮੇਰਾ ਵੇਰੀਏਬਲ ਹੋਵੇ, ਆਕਾਸ਼ ਜੀ ਹੈਗੇ ਹੋ? ਆਕਾਸ਼ ਤੂੰ ਵਿੱਚ ਰਿਸਪੌਂਡ ਨਹੀਂ ਕਰਦਾ, ਵਿੱਚ ਰਿਸਪੌਂਡ ਕਰਿਆ ਕਰ। m ਬਿਲਕੁਲ ਮਾਸ ਆਫ ਦਾ ਬੋਡੀ ਆ। ਜਨਰਲੀ ਮਾਸ ਅਸੀਂ ਕਾਂਸਟੈਂਟ ਰੱਖਦੇ ਆ ਤੇ ਕਾਂਸਟੈਂਟ ਟਰਮ ਡਿਫਰੈਂਸ਼ੀਏਸ਼ਨ ਚੋਂ ਬਾਹਰ ਰੱਖ ਲਈਦੀ ਆ, ਤੇ ਵੈਲੋਸਿਟੀ ਦੀ ਡਿਫਰੈਂਸ਼ੀਏਸ਼ਨ ਯਾਨੀ ਨਾਰਮਲ ਕੰਡੀਸ਼ਨ ਚ ਆਪਾਂ ਹਰ ਵਾਰੀ ਇਦਾਂ ਲਿਖਦੇ F equal to m into dv by dt। ਇਹ ਜਨਰਲ ਫਾਰਮੂਲਾ, ਇਹ ਫਾਰਮੂਲਾ ਉਦੋਂ ਜਦੋਂ ਮਾਸ ਕਾਂਸਟੈਂਟ ਤੇ ਵੈਲੋਸਿਟੀ ਚੇਂਜੇਬਲ ਆ। ਤੇ ਜੇ ਆਪਾਂ ਰਿਵਰਸ ਲਈਏ ਜਿਹੜੀ ਹੁਣ ਕੰਡੀਸ਼ਨ ਬੋਲਦੇ ਪਏ ਵੇਰੀਏਬਲ ਮਾਸ ਦੀ, ਉਹਦੇ ਅੰਦਰ ਮੇਰੇ ਕੋਲ ਕੀ ਆ ਜਾਏਗਾ? ਵੈਲੋਸਿਟੀ ਕਾਂਸਟੈਂਟ ਆ ਤੇ ਮਾਸ ਆਫ ਦਾ ਬੋਡੀ ਕੰਟੀਨਿਊਸਲੀ ਚੇਂजेस ਵਿਦ ਦ ਟਾਈਮ। ਯਾਨੀ ਆ ਰਿਲੇਸ਼ਨ ਜਿਹੜਾ ਸੈਕਿੰਡ ਲਿਖਦਾ ਪਿਆ, ਇਹ ਮੇਰਾ ਫੋਰਸ ਦਾ ਫਾਰਮੂਲਾ ਉਦੋਂ ਯੂਜ਼ ਹੋਏਗਾ ਜਦੋਂ ਵੇਰੀਏਬਲ ਮਾਸ ਸਿਸਟਮ ਆ। ਕਲੀਅਰ ਇਨੀ ਗੱਲ? Yes, sir. Yes, sir. Yes, sir. ਠੀਕ ਹੈ। ਇਹਦੇ ਅਕੋਰਡਿੰਗਲੀ ਮਾਸ ਕਾਂਸਟੈਂਟ ਆ ਤੇ ਵੈਲੋਸਿਟੀ ਚੇਂਜ ਆ, ਤਾਂ ਬੋਡੀ ਦੀ ਫੋਰਸ ਕੱਢਾਂਗੇ। ਇਹਦੇ ਅਕੋਰਡਿੰਗਲੀ ਬੋਡੀ ਜਿਹੜੀ ਆ ਉਹ ਇੱਕ ਕਾਂਸਟੈਂਟ ਵੈਲੋਸਿਟੀ ਨਾਲ ਮੂਵ ਕਰਦੀ ਪਈ, ਤੇ ਟਾਈਮ ਦੇ ਨਾਲ ਨਾਲ ਉਹਦਾ ਮਾਸ ਜਿਹੜਾ ਉਹ ਕੰਟੀਨਿਊਸਲੀ ਚੇਂਜ ਹੁੰਦਾ ਪਿਆ। ਕਿਆ ਇੰਨੀ ਗੱਲ ਕਲੀਅਰ ਹੋਈ ਜੀ? Yes, sir. Yes, sir. Yes, sir. ਇਹਦੇ ਇੱਕ ਫੋਟੋ ਕਲਿੱਕ ਕਰਦਾ। ਫਿਰ ਲਾਸਟ ਇੱਕ ਛੋਟਾ ਜਿਹਾ ਟੌਪਿਕ ਆ, ਹਾਂਜੀ ਲਾਸਟ ਇੱਕ ਟੌਪਿਕ, ਇਕੁਇਲਿਬਰੀਅਮ ਆਫ ਕਨਕਰੈਂਟ ਫੋਰਸਿਸ। ਟੌਪਿਕ ਹੈਗਾ ਤੁਹਾਡਾ ਇਕੁਇਲਿਬਰੀਅਮ ਆਫ ਕਨਕਰੈਂਟ ਫੋਰਸਿਸ। ਪਹਿਲਾ ਵਰਡ ਇਕੁਇਲਿਬਰੀਅਮ ਕਿਹਨੂੰ ਕਹਿੰਦੇ? ਹਾਂਜੀ सर जब एक्सटर्नल फोर्स 0 होता है एक पार्टिकल पे। बिल्कुल। इक्विलिब्रियम ऑफ कंकरेंट फोर्सेस, पहला वर्ड हैगा इक्विलिब्रियम, दूसरा वर्ड हैगा कंकरेंट फोर्सेस। इक्विलिब्रियम का मतलब सेगा
ਜਦੋਂ ਸਿਸਟਮ 'ਚ ਨੰਬਰ ਆਫ ਫੋਰਸਿਸ ਤੇ ਲਾਈ ਕਰਦੀਆਂ ਪਰ ਸਿਸਟਮ ਦੀ ਟੋਟਲ ਫੋਰਸ ਜਿਹੜੀ ਉਹ 0 ਆ। ਔਰ ਦੂਜਾ ਵਰਡ ਆ ਗਿਆ ਕਨਕਰੈਂਟ। ਕਨਕਰੈਂਟ ਦਾ ਮਤਲਬ ਹੁੰਦਾ ਕਿ ਇੱਕ ਪੁਆਇੰਟ ਤੇ ਫੋਰਸਿਸ ਲਾਈ ਕਰਦੀਆਂ। यानी जे मैं आ लेके चला ये जो फर्स्ट केस ले रहे कहता जी फॉर टू फोर्सेस जे बॉडी ते दो फोर्सेस लाई कर दिया हुन आ एक पार्टिकल आ इहदे ते एक फोर्स F1 लाई कर दी ते एक फोर्स होर लाई करनी है जिहड़ी F2 आ ਉਹ ਕਹਿੰਦਾ ਪਰ ਦੋਨੋਂ ਫੋਰਸਸ ਦੀ ਮਿਲਾ ਕੇ ਜਿਹੜੀ ਵੈਲਿਊ ਨਾ ਉਹ ਰਿਜ਼ਲਟੈਂਟ ਇਕੁਇਲਿਬ੍ਰੀਅਮ ਰਹਿੰਦਾ। ਯਾਨੀ ਤੁਹਾਡਾ ਆ ਆਬਜੈਕਟ ਜਿਹੜਾ ਹੈਗਾ ਇਹ ਇਕੁਇਲਿਬ੍ਰੀਅਮ ਚ। ਇਕੁਇਲਿਬ੍ਰੀਅਮ ਦਾ ਮਤਲਬ ਬਾਰ-ਬਾਰ ਕਹਿ ਰਿਹਾ ਕੀ ਹੋਏਗਾ ਕਿ ਸਿਸਟਮ ਜਿਹੜਾ ਵਾ ਜੇ ਉਹ ਰੈਸਟ ਦੀ ਸਟੇਟ ਚ ਤੇ ਰੈਸਟ ਵਿੱਚ ਰਹੇਗਾ, ਜੇ ਉਹ ਯੂਨੀਫਾਰਮ ਮੋਸ਼ਨ ਚ ਤੇ ਯੂਨੀਫਾਰਮ ਮੋਸ਼ਨ ਚ ਰਹੇਗਾ। ਮਤਲਬ ਸਿਸਟਮ ਦੀ ਟੋਟਲ ਫੋਰਸ 0 ਆ, ਇੰਡੀਵਿਜੂਅਲ ਉਤੇ ਕਿੰਨੀਆਂ ਸਾਰੀਆਂ ਫੋਰਸਸ ਹੋ ਸਕਦੀਆਂ। ਉਹਨਾਂ ਵਿੱਚੋਂ ਇੱਕ ਕੇਸ ਲੈਂਦਾ ਕਿ ਜੇ ਟੋਟਲ ਦੋ ਫੋਰਸਸ ਸਿਸਟਮ ਚ ਲਾਈ ਕਰਨ, ਠੀਕ ਹੈ, F1 ਤੇ F2, ਉਹ ਕਹਿੰਦਾ ਜੀ F1 ਵੈਕਟਰ ਤੇ F2 ਵੈਕਟਰ ਇਹਦੀ ਮਿਲਾ ਕੇ ਫੋਰਸ 0 ਆਣੀ ਆ। ਇਹ ਕਿਦਾਂ ਪੋਸੀਬਲ ਆ ਸਰ? ਜਦੋਂ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਆ। ਬਿਲਕੁਲ, ਯਾਨੀ ਜੇ ਦੋਨੋਂ ਫੋਰਸਸ ਇੱਕ ਦੂਜੇ ਦੇ ਇਕੁਅਲ ਤੇ ਆਪੋਜ਼ਿਟ, ਆਪਾਂ ਪਿੱਛੇ ਵੀ ਹੁਣੀ ਗੱਲ ਕੀਤੀ ਕਨਜ਼ਰਵੇਸ਼ਨ ਚ ਵੀ ਕਿ ਇਹਦਾ ਮਤਲਬ ਆ ਜੇ ਇਸ ਪਾਰਟੀਕਲ ਤੇ ਸੈਕਿੰਡ ਫੋਰਸ ਲੱਗੇਗੀ ਤੇ ਉਹਦੀ ਡਾਇਰੈਕਸ਼ਨ F1 ਤੋਂ ਆਪੋਜ਼ਿਟ ਹੋਣ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ। ਠੀਕ ਆ, ਯਾਨੀ F2 should be opposite to that of F1 और वैल्यू वाइज भी ये दोनों आपस की होनी चाहिए इक्वल। सेकंड केस उन्हें बनाता फॉर 3 फोर्सेस। बस ये दो केसेस आपा लेने मेन, फिर इस तो बाद जनरलाइज हो जाता। वो कहना जी जे मान लो थोड़े सिस्टम दे अंदर ऐसा च आपा कहने फोर्सेस लाई कर दियां, ठीक है, F1 F2 एंड F3। वो तो सेम जेड़ा हुने आपा कंजर्वेशन ऑफ मोमेंटम कीता वा न्यूमेरिकल जेड़ा बना के दसया सी, सेम वही सारा कुछ चलदा पिया। वो कहना जी जे आ ऑब्जेक्ट O दे उत्ते 3 फोर्सेस लाई कर दियां, एक अलोंग OA, एक अलोंग OB, एक अलोंग OC, है ना। वो कहना जी ये इक्विलिब्रियम च। हुन जे ये 3 फोर्सेस इक्विलिब्रियम च किदां इक्विलिब्रियम दा जस्टिफाई करिए। आपां नूं पता कि जदों भी अपने कोल 2 तो ज्यादा वैक्टर आ गए ਅਸੀਂ ਪੋਲੀਗਨ ਲਾਅ ਵਰਤਦੇ ਹਾਂ, ਅਸੀਂ ਪੋਲੀਗਨ ਲਾਅ ਯੂਜ਼ ਕਰਾਂਗੇ। ਪੋਲੀਗਨ ਲਾਅ 'ਚ ਵੀ ਅਸੀਂ ਇਹ ਕਿਹਾ ਸੀ ਬਾਰ-ਬਾਰ ਟ੍ਰਾਇੰਗਲ ਜਾਂ ਪੈਰਾਲੋਗ੍ਰਾਮ ਲਾਅ ਲਾਉਂਦੇ ਜਾਓ। ਇਹ 'ਚ ਪਹਿਲਾਂ F1 ਤੇ F2 ਦਾ ਰਿਜ਼ਲਟੈਂਟ ਕੱਢ ਲਓ। F1 F2 ਕਿੱਦਾਂ ਜੁੜੇ ਆ? टेल टू टेल पैरेललोग्राम। ਜਦੋਂ ਇੱਥੇ ਇਹਦਾ ਪੈਰਾਲੋਗ੍ਰਾਮ ਕੰਪਲੀਟ ਕਰ ਲੈਣੇ ਤੇ ਆਹ ਲਾਈਨ ਦੇ ਲੌਂਗ ਇਹਨਾਂ ਦੋ ਦਾ ਰਿਜ਼ਲਟੈਂਟ ਆ ਗਿਆ ਜਿਹਦਾ ਨਾਮ F ਰੱਖ ਦਿਓ। ਹੁਣ ਆਪਣੇ ਕੋਲ F1 F2 ਖਤਮ ਹੋ ਕੇ ਇੱਕ ਫੋਰਸ ਰਹਿ ਗਈ, F ਰਹਿ ਗਈ, ਹੈ ਨਾ। ਇਹਨੂੰ C ਲਿਖ ਦਿਓ, ਚਲੋ C ਡੈਸ਼ ਲਿਖ ਰਿਹਾ। ਇਹਦਾ ਮਤਲਬ ਆ ਜਿਹੜੀ OC ਡੈਸ਼ ਦੇ ਲੌਂਗ F ਆਈ ਆ। ਹੁਣ ਇਹ F ਤੇ ਜਿਹੜੀ ਤੀਜੀ ਬਚੀ ਹੋਈ ਫੋਰਸ F3 ਆ। ਟੋਟਲ ਸਿਸਟਮ 'ਚ ਕਿੰਨੀਆਂ ਫੋਰਸਸ ਰਹਿ ਗਈਆਂ? 2। ਤੇ ਜੇ ਸਿਸਟਮ 'ਚ 2 ਫੋਰਸਸ ਰਹਿ ਗਈਆਂ ਔਰ ਆ ਬੋਡੀ ਮੇਰੀ ਇਕੁਇਲਿਬ੍ਰੀਅਮ 'ਚ ਆ ਤੇ ਇਹ 2 ਫੋਰਸਸ ਆਪਸ 'ਚ ਕਿਸ ਵੇ ਨਾਲ ਸਿਸਟਮ 'ਚ ਲਾਈ ਕਰੂਗੀਆਂ? इक्वल एंड ऑपोजिट। ਬਿਲਕੁਲ, ਉੱਪਰ ਆਪਾਂ ਗੱਲ ਕਰਕੇ ਇਹ ਤੁਹਾਡੇ ਸਿਸਟਮ 'ਚ 2 ਫੋਰਸਸ ਆ ਔਰ ਉਹ ਇਕੁਇਲਿਬ੍ਰੀਅਮ 'ਚ ਤੇ ਇੱਕੋ ਹੀ ਕੰਡੀਸ਼ਨ ਆ ਕਿ ਉਹ ਦੋਨੋਂ ਫੋਰਸਸ ਆਪਸ 'ਚ ਇੱਕ ਦੂਜੇ ਦੇ ਇਕੁਅਲ ਤੇ ਆਪੋਜ਼ਿਟ ਹੋ ਜਾਣ, ਫਿਰ ਉਹਨਾਂ ਦਾ ਰਿਜ਼ਲਟੈਂਟ ਵੈਲਿਊ 0 ਆਉਂਦਾ। ਕਿ ਇੰਨੀ ਗੱਲ ਕਲੀਅਰ ਆ? ਯੈਸ ਸਰ। ਆਪਾਂ ਇਹਨੂੰ ਲਿਖਣਾ ਹੋਵੇ ਤੇ ਮੈਥਮੈਟਿਕਲੀ ਇਦਾਂ ਲਿਖ ਦਾਂਗੇ ਇਨ ਇਹਦੇ ਕੁਝ ਨਾਮ ਦੇ ਦਿਓ। ਇਨ ਪੈਰਲੋਗ੍ਰਾਮ कहना जी OK C डैश L ਇਹਦੇ ਅਕ੍ਰੋਸ OK ਵੈਕਟਰ ਪਲੱਸ OL ਵੈਕਟਰ ਇਹਦੀ ਸਮ ਟੋਟਲ OC ਡੈਸ਼ ਆ ਜਾਏਗੀ। देयरफॉर ਆਪਣੇ ਕੋਲ ਆ ਗਿਆ F2 ਵੈਕਟਰ ਪਲੱਸ F1 ਵੈਕਟਰ ਇਕੁਅਲ ਟੂ F ਵੈਕਟਰ। ਠੀਕ ਆ, ਤੇ ਜੇ ਮੈਂ ਇਹਦੇ ਵਿੱਚ ਐਸਐਚ ਥਰਡ ਵੈਕਟਰ ਐਡ ਕਰ ਲਾਂ, ਇਹਨਾਂ ਕਲੀਅਰ ਆ? Yes sir. यस सर। ਆ ਇਕੁਏਸ਼ਨ 1 ਦੇ ਅੰਦਰ ਜੇ ਆਪਾਂ ਐਸਐਚ ਕਹਿਣਾ ਜੀ ਐਡ OC vector on both sides, add OC vector on both sides of equation 1। इस equation 1 ਦੇ ਦੋਨੋਂ ਸਾਈਡਸ ਤੇ ਜੇ ਆਪਾਂ OC vector ਐਡ ਕਰ ਦਈਏ, OK vector plus OL vector plus OC vector equal to OC dash plus OC vector। ਇਹਦਾ ਲਿਖ ਸਕਦੇ ਜੀ? यस सर। ठीक है,
ਤੇ देयरफॉर ਸਾਡੇ ਕੋਲ ਰਿਜ਼ਲਟ ਕੀ ਆ ਗਿਆ f2 ਵੈਕਟਰ प्लस f1 ਵੈਕਟਰ प्लस f3 ਵੈਕਟਰ ठीक है ते एदी वैल्यू मेरे को जेडी एस सच आ गई इधर ਅਸੀਂ ਲਿਖ ਲਿਆ f ਵੈਕਟਰ प्लस f3 ठीक है तो जे सिस्टम मेरा इक्विलिब्रियम ਚ है ना ਤੇ ਅਸੀਂ ਕਹਿੰਦੇ ਜੀ if system is in equilibrium if a system is in equilibrium then f plus f3 ਇਹਦੀ ਮਿਲਾ ਕੇ ਵੈਲਿਊ ਆਪਾਂ ਕਿੰਨੀ ਲੈ ਲਾਂਗੇ 0 0 therefore f1 vector plus f2 vector plus f3 ਦੀ ਵੈਲਿਊ ਸੀ ਕਿੰਨੇ ਆਪਸ ਵਿੱਚ ਕੀ ਆ ਜਾਏਗੀ 0 ਠੀਕ ਆ ਤੇ therefore ਇੱਥੇ ਲਿਖ ਦਾਂਗੇ f vector should be equal and opposite to f3 ਕਿ ਜਿਹੜਾ f3 ਹੋਏਗਾ ਇਹਦੀ ਵੈਲਿਊ f1 ਤੇ f2 ਦੇ ਰਿਜ਼ਲਟੈਂਟ ਦੇ ਬਰਾਬਰ ਆ ਜਾਵੇ ਫਿਰ ਤੁਹਾਡਾ ਇਹ ਆਬਜੈਕਟ ਜਿਹੜਾ ਉਹ ਇਕੁਇਲਿਬ੍ਰੀਅਮ ਚ ਆ ਜਾਏਗਾ क्या इना क्लियर है जी यस सर Yes. चलो इतने रोक रहे हैं प्रथम मैसेज पार्ट टेस्ट का थैंक यू ओके बच्चे